वाहिगुरु साहिब जीओ। तेरे कवण कवण गुण कह कह गावा, तू साहिब गुणी निधाना। तुमरी महिमा बरन ना साकूं, तू ठाकुर ऊच भगवाना। मैं मूर्ख की केतक बात है, कोट पराधी तरिया रे। गुर नानक जिन सुनिया पेखिया, से फिर गरबास ना परिया रे। देव गंधारी अब हम चली ठाकुर पहार, जब हम शरण प्रभु की आई, राख प्रभु पावे मार। अब हम चली ठाकुर पहार, जब हम शरण प्रभु की आई, राख प्रभु पावे मार। रहाओ लोकन की चतुराई उपमा, ते बैसंतर जार। कोई भला कहो पावे बुरा कहो, हम तन दियो हैं ढार। जो आवत शरण ठाकुर प्रभ तुमरी, तिस राखो कृपा तार। जन नानक शरण तुम्हारी हर जियो, राखो लाज मुरार। जन नानक शरण तुम्हारी हर जियो, राखो लाज मुरार। परम सन्मानयोग चवर छतर तख्त दे मालक, गुरता गद्दी ते सुभायमान शब्द गुरु बाणी के बोहित अमृत के दाते वालिए कुल आलम, लोक परलोक सवार देने वाले सतगुरु श्री गुरु ग्रंथ साहब महाराज, तिन्हां दी पावन पवित्र मुकद्दस गोद विच सजे हुए इन्हां विशेष दीवानां दीयां हाजरियां भर रहे सन्मानयोग सत्कारयोग गुरु प्यारे गुरु सवारे सत संगी जनों, अकाल पुरख वाहिगुरू जी की बड़ी महान बख्शिश रहमत हुई है, जो आप समूह धर्मकुंड नगर दे गुरु प्यारियां ने सतगुर की पावन बाणी का ओट आसरा लैंदियां शुकराने अते चढ़ती कला वजों गुरु ग्रंथ साहब महाराज जी के पाठ आरंभ कराए सन। तिन्हां दी समाप्ति हुई है। मेरे तो पहला पावन बाणी का कीर्तन आप जी ने गुरु प्यारियां पासों श्रवण किया है। आओ हुण कुछ कुछ समय लई गुरु रामदास साहब महाराज की रचना तो उच्चारण किया होया एक पावन शब्द
ਜਿਸ ਦਾ ਪਾਠ ਮੈਂ ਬੰਦਨਾ ਦੇ ਰੂਪ ਵਿੱਚ ਆਪ ਨਾਲ ਸਾਂਝਾ ਕੀਤਾ ਹੈ, ਉਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰ ਦੀ ਪਾਵਨ ਬਾਣੀ ਦਾ ਵਾਕ ਹੈ ਕਿ ਜਦੋਂ ਰੱਬ ਦੀ ਉਸਤਤ ਕਰਨੀ ਹੋਵੇ ਉਦੋਂ ਮਨੁੱਖ ਨੂੰ ਆਪਣੇ ਆਪ ਨੂੰ ਇਕਾਗਰ ਰੱਖਣਾ ਪੈਂਦਾ ਹੈ, ਕਿਉਂਕਿ ਇਕਾਗਰਤਾ ਦੀ ਇੱਕ ਆਪਣੀ ਮਹਾਨਤਾ ਹੈ। ਕਿਉਂਕਿ ਵਿਚਾਰ ਇੱਦਾਂ ਦੀ ਚੀਜ਼ ਹੁੰਦੀ ਹੈ, ਜਦੋਂ ਇਹਦੀ ਲੜੀ ਤੁਰਦੀ ਹੈ, ਜੇ ਵਿੱਚੋਂ ਇਕਾਗਰਤਾ ਤੁਹਾਡੀ ਭੰਨ ਹੋ ਜਾਵੇ ਤੇ ਤੁਹਾਨੂੰ ਸਮਝ ਨਹੀਂ ਲੱਗੇਗੀ। ਜੇ ਸਾਡੇ ਸ਼ੋਰ ਸ਼ਰਾਬੇ ਕਰਕੇ ਬੁਲਾਰੇ ਦੀ ਭੰਗ ਹੋ ਜਾਵੇ ਤੇ ਉਹ ਸਮਝਾ ਨਹੀਂ ਪਾਵੇਗਾ। ਇਸ ਕਰਕੇ ਸਤਿਗੁਰ ਨੇ ਆਖਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਜਿੰਨਾ ਕੁ ਸਮਾਂ ਆਪਾਂ ਬੈਠਣਾ ਹੈ, ਆਪਾਂ ਗੁਰੂ ਦੇ ਸ਼ਬਦ ਨੂੰ ਸਮਝਣਾ ਹੈ। ਵਿਚਾਰਾਂ ਨੂੰ ਪ੍ਰਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਤੁਸੀਂ ਬੈਠੇ ਹੋ, ਆਓ ਕਲਗੀਧਰ ਸਵਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਬਖਸ਼ੀ ਹੋਈ ਫਤਿਹ ਪ੍ਰਵਾਨੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਗੁਰੂ ਰਾਮਦਾਸ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਪੰਨਾ ਨੰਬਰ 527 ਦੇ ਉੱਤੇ ਸੁਭਾਏਮਾਨ ਹੈ, ਦੇਵ ਗੰਧਾਰੀ ਰਾਗ ਦੇ ਵਿੱਚ। ਅਕਸਰ ਹੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਹੁਕਮਨਾਮੇ ਲੈਂਦੇ ਹਾਂ ਤੇ ਇਹ ਸ਼ਬਦ ਜਿਹੜਾ ਹੈ ਉਹ ਹੁਕਮਨਾਮੇ ਦੇ ਵਿੱਚ ਰੂਪ ਵਿੱਚ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ, ਪੜ੍ਹਿਆ ਹੋਵੇਗਾ। ਇਹਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਕੁਝ ਭੇਟਾ ਕਰਨ ਦੀ ਗੱਲ ਕੀਤੀ ਹੈ, ਆਪਣੇ ਆਪ ਨੂੰ ਹਾਰਨ ਦੀ ਗੱਲ ਕੀਤੀ ਹੈ। ਸੰਸਾਰ ਦੇ ਵਿੱਚ ਹਰ ਬੰਦਾ ਜਿੱਤਣਾ ਚਾਹੁੰਦਾ ਹੈ ਤੇ ਜਿੱਤ ਦੀ ਕਸ਼ਿਸ਼ ਬੰਦੇ ਅੰਦਰ ਇੰਨੀ ਹੁੰਦੀ ਹੈ ਕਿ ਕਈ ਵਾਰ ਉਹ ਜਿੱਤਦਾ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਨੂੰ ਤਬਾਹ ਵੀ ਕਰ ਦੇਵੇ। ਜਦੋਂ ਦੁਨਿਆਵੀ ਤੌਰ ਤੇ ਕੋਈ ਜਿੱਤਣ ਦੀ ਗੱਲ ਆਉਂਦੀ ਹੈ, ਜਦੋਂ ਮੁਲਕ ਇੱਕ ਦੂਜੇ ਮੁਲਕ ਨੂੰ ਜਿੱਤਦੇ ਨੇ, ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਨੇ। ਤੇ ਸਾਡੇ ਸੁਭਾਅ ਵਿੱਚ ਇਹ ਚੀਜ਼ ਪਾਈ ਜਾਂਦੀ ਹੈ ਕਿ ਤੂੰ ਜਿੱਤਣਾ ਹੈ। ਇੱਕ ਛੋਟਾ ਜਿਹਾ ਬੱਚਾ ਜਦੋਂ ਸਕੂਲ ਜਾਂਦਾ ਹੈ ਨਾ, ਤੇ ਸਕੂਲਾਂ ਵਿੱਚ ਅਜੋਕੀ ਮਾਡਰਨ ਪੜ੍ਹਾਈ ਦੇ ਵਿੱਚ ਕੰਪੀਟੀਸ਼ਨ ਹੁੰਦੇ ਨੇ। ਉੱਥੇ ਫਿਰ ਉਹਨਾਂ ਨੇ 3 ਪ੍ਰਾਈਜ਼ ਰੱਖੇ ਨੇ, ਫਸਟ ਹੈ, ਸੈਕੰਡ ਹੈ, ਥਰਡ ਹੈ। ਕਹਿਣ ਤੋਂ ਮੁਰਾਦ ਸਿਰਫ ਇੰਨੀ ਹੈ ਕਿ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਕੰਪੀਟੀਸ਼ਨ ਵਿੱਚ ਪਾ ਕੇ ਉਹਨੂੰ ਇਹ ਦੱਸਿਆ ਜਾਂਦਾ ਹੈ ਵੀ ਤੂੰ ਜਿੱਤਣਾ ਕਿਵੇਂ ਹੈ। ਫਿਰ ਜਿੱਤ ਦੇ ਪਿੱਛੇ ਚਲਾਕੀਆਂ ਨਿਕਲਦੀਆਂ ਨੇ। ਦੁਨਿਆਵੀ ਬੁੱਧੀ ਜਦੋਂ ਕੰਮ ਕਰਦੀ ਹੈ ਨਾ, ਸਾਡੀ ਜਿੱਤ ਪਿੱਛੇ ਚਲਾਕੀਆਂ ਨਿਕਲਦੀਆਂ ਨੇ, ਪਲੇਅਰ ਜਿੱਤਦੇ ਨੇ। ਬਹੁਤ ਸਾਰੀਆਂ ਬੇਈਮਾਨੀਆਂ ਜਿੱਤ ਦੇ ਪਿੱਛੇ ਹੁੰਦੀਆਂ ਨੇ। ਬਹੁਤ ਸਾਰੀਆਂ ਬੇਈਮਾਨੀਆਂ ਤੁਸੀਂ ਵੇਖੋ, ਬੰਦਾ ਜਿੱਤ ਵਿੱਚੋਂ ਹੀ ਸਿੱਖਦਾ ਹੈ। ਬਿਜ਼ਨਸ ਵਿੱਚ ਜਦੋਂ ਮੁਕਾਬਲਾ ਚੱਲ ਜਾਂਦਾ ਹੈ, ਉਦੋਂ ਵੀ ਜਿੱਤ ਦੀ ਗੱਲ ਹੈ। ਇੱਕ ਕੰਪਨੀ ਦੂਜੀ ਕੰਪਨੀ ਨੂੰ ਜਿੱਤਣਾ ਚਾਹੁੰਦੀ ਹੈ, ਜਿੱਤ ਹੈ ਕਿੱਥੇ ਨਹੀਂ। ਪਰਿਵਾਰ ਦਾ ਮੁਖੀ ਜਿਹੜਾ ਹੈ ਉਹ ਵੀ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ ਕਿ ਮੈਂ ਵੱਡਾ ਹਾਂ, ਮੇਰੀ ਗੱਲ ਨੂੰ ਮੰਨਿਆ ਜਾਵੇ, ਮੇਰੀ ਗੱਲ ਨੂੰ ਤਵੱਜੋ ਦਿੱਤੀ ਜਾਵੇ। ਵੇਖੋ ਇਹ ਪੜਾਅ ਜ਼ਿੰਦਗੀ ਦਾ ਸ਼ੁਰੂ ਕਿੱਥੋਂ ਹੋ ਰਿਹਾ ਹੈ ਕਿ ਜੇ ਘਰ ਦੇ ਵਿੱਚ ਇੱਕ ਧੀ ਰਹਿ ਰਹੀ ਹੈ, ਪੁੱਤ ਹੈ, ਮਾਂ ਹੈ, ਪਿਤਾ ਹੈ, ਘਰ ਵਿੱਚ ਦਾਦਾ ਹੈ, ਤੇ ਬੰਦਾ ਉੱਥੇ ਵੀ ਆਪਣਾ ਇੱਕ ਪ੍ਰਭਾਵ ਬਣਾ ਕੇ ਰੱਖਣਾ ਚਾਹੁੰਦਾ ਹੈ। ਉੱਥੇ ਵੀ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ ਵੀ ਜਿਹੜਾ ਕੋਈ ਫੈਸਲਾ ਲਿਆ ਜਾਵੇ ਉਹਦੇ ਵਿੱਚ ਜੇ ਮੈਂ ਇਨਵੋਲਵ ਨਹੀਂ ਹਾਂ ਤੇ ਸਮਝੋ ਉਹ ਫੈਸਲਾ ਗਲਤ ਹੈ। ਈਵਨ ਥੋੜਾ ਜਿਹਾ ਬੱਚਾ ਡਿਸਟਰਬ ਕਰ ਰਿਹਾ, ਬਾਹਰ ਬੈਠ ਜਾਓ, ਲੈ ਕੇ ਬੇਨਤੀ ਹੈ। ਕਿਉਂਕਿ ਬੱਚੇ ਦੀ ਮੱਤ ਬਾਬੇ ਨੇ ਆਖਿਆ ਅਣਜਾਣ ਹੈ, ਉਹਨੂੰ ਥੋੜਾ ਪਤਾ ਹੈ ਕਥਾ ਚੱਲ ਰਹੀ ਹੈ। ਖੈਰ, ਮੈਂ ਅਰਜ਼ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ ਸੀ ਵੀ ਸ਼ੁਰੂ ਤੋਂ ਇਹ ਮਾਹੌਲ ਸਿਰਜਿਆ ਜਾਂਦਾ ਹੈ ਜਿੱਤ ਵਾਲਾ। ਹੁਣ ਤੇ ਗੱਲ ਇੱਥੋਂ ਤੱਕ ਅੱਗੇ ਵੱਧ ਗਈ। ਮੈਂ ਰਿਸ਼ਤੇਦਾਰੀ ਦੀ ਗੱਲ ਕਰ ਰਿਹਾ ਸੀ। ਬੰਦੇ ਦਾ ਜਿਹੜਾ ਪਰਿਵਾਰ ਹੈ, ਗੱਲ ਉੱਥੋਂ ਤੱਕ ਸੀਮਤ ਨਹੀਂ। ਬੰਦੇ ਨੇ ਕੋਈ ਚੀਜ਼ ਵੀ ਖਰੀਦਣੀ ਹੋਵੇ ਤੇ ਕਈ ਵਾਰ ਜੇ ਰਿਸ਼ਤੇ ਵਿੱਚ ਕੋਈ ਜੀਜਾ ਲੱਗਦਾ ਹੋਵੇ, ਕੋਈ ਪ੍ਰਾਹੁਣਾ ਲੱਗਦਾ ਹੋਵੇ, ਜੇ ਉਹਨੂੰ ਨਾ ਪੁੱਛਿਆ ਜਾਵੇ ਤੇ ਉੱਥੇ ਵੀ ਮੱਥੇ ਵੱਟ ਪੈ ਜਾਂਦਾ ਹੈ। ਬੰਦੇ ਨੇ ਵਿਆਹ ਧਰਨਾ ਹੋਵੇ ਆਪਣੀ ਧੀ ਦਾ, ਆਪਣੇ ਬੱਚੇ ਦਾ, ਤੇ ਕਈ ਵਾਰ ਦੂਜੇ ਦੀ ਸਹੂਲਤ ਵੇਖ ਕੇ ਧਰਨਾ ਪੈਂਦਾ ਹੈ ਵੀ ਉਹਨੇ ਨਾਰਾਜ਼ ਹੋ ਜਾਣਾ। ਸੋ ਜ਼ਿੰਦਗੀ 'ਚ ਜਿੱਤ ਕਿੱਥੇ ਨਹੀਂ ਹੈ। ਹਰ ਪੜਾਅ ਤੇ ਮਨੁੱਖ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਹੈ, ਧੀ ਉੱਤੇ, ਪੁੱਤਰ ਉੱਤੇ, ਬੱਚਿਆਂ ਉੱਤੇ, ਪਰਿਵਾਰ ਉੱਤੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਬੰਦਾ ਜਿੱਤਦਾ ਫਿਰ ਵੀ ਨਹੀਂ ਹੈ। ਇਹ ਜਿੱਤ ਦੀ ਤ੍ਰਿਸ਼ਨਾ ਬੰਦੇ ਦੇ ਅੰਦਰੋਂ ਫਿਰ ਵੀ ਨਹੀਂ। ਹਾਂ, ਜੇ ਜਿੱਤ ਸਾਰਥਕ ਹੈ
जे सचमुच जितना चाहना है तो गुरुदेव कहते अपना मन जित जिहड़ा सब तो कठिन है। मन जीता जग जीत। मन नूं जितण दा की अर्थ है? मन नूं जितण दा अर्थ है अपने आप उत्ते काबू पा लेना, अपने मनो वेगां नूं फड़ लेना। जिवें एक अथरा घोड़ा हुंदा है ना, अथरा घोड़ा, थोड़े जे पंजाबी दे शब्द हो सकदा है तुहानूं समझ ना लगण, मैं एक्सप्लेन कर दिआंगा। वड्डिआं नूं ते लग जाणे ने, बच्चिआं वास्ते थोड़ी जी गल मुश्किल हो जाती है। कोशिश करांगा नाल नाल तुहानूं पंजाबी भी सिखा जावां। अथरा घोड़ा उहनूं कहिंदे ने बच्चेओ जिहड़ा घोड़ा किसी दे कंट्रोल विच ना आवे। अथरा जानवर पंजाब विच उहनूं कहिंदे ने जिहड़ा किसी दे कंट्रोल विच ना आवे। जिवें ना मੱਝਾਂ गावां लोकां दे घरां विच हुंदियां ने, कई वार कुछ मੱਝਾਂ ऐसियां हुंदियां ने जिहड़ियां आराम नाल जिहदा दुੱਧ किसान चो लैंदा है, घर वाले चो लैंदे ने, बच्चा भी उहदा दुੱਧ जाके चो लैंदा है। ते कई जानवर ऐसे हुंदे ने उहदियां फिर लत्तां बन्नणीਆਂ पैंदियां ने। ਉਹਨੂੰ फिर कहीदा ये बड़ी अथरी मੱਝ है, ये बड़ी अथरी गां है। इदां ही जानवर ऐसे हुंदे ने जिहड़े अथरे हुंदे ने, उन्हां दे नक्क 'च नकेल पा के रखनी पैंदी है। उन्हां दे नक्क नूं विन्ह के ना, आ जिहड़ा असीं नक्क दे विच नकेल पाउणे आ ना, सिख रहत मर्यादा 'च लिखिआ है जिहड़ी सिख दी औरत है उहने अपने नक्क ते कंन नूं छेदना नहीं है, छेद गहणे नहीं पाउणे। उदां पा सकदे हो तुसीं, पर नक्क ते कंन छेदक गहणे नहीं पाउणे, क्योंकि छेदिया उहनूं जांदा है जिन्हों गुलाम बनाउणा होवे, जिन्हों कंट्रोल विच करना होवे उहनूं छेदिया जांदा है। जानवरां नूं छेदिया जांदा है क्योंकि जानवर कंट्रोल विच नहीं है, इस करके उहदे नक्क दे विचों दी रस्सा पा के, रस्सी पा के उहनूं फड़ लिया जांदा है। जदों जानवर दे नक्क विच नकेल पै जांदी है, ख्याल करिओ वो काबू विच आ जांदा है, भावें बच्चा भी फड़ लवे। जे नक्क विच नकेल नहीं है तो वह जानवर मारेगा, काबू नहीं होवेगा। काबू करन दा सब तो सौखा ढंग ही है। हुण गुरुदेव कहंदे एक मन साडा जानवर है। मन भी की है? जानवर है ना। वेखो इहदे लई बाणी ने किन्ने शब्द वरते ने, मन प्यारिया जियो मित्रा। इनू मित्र भी आख्या, इनू प्यारा भी आख्या। गुरु अमरदास महाराज की बाणी पढ़ो आनंद साहब, उहदे विच मन नूं प्यारा भी आख्या। जिवें बच्चे नूं प्यार नाल भी समझाया जांदा ते कई वार मां अख दे नाल उहनूं घूरदी भी है। बिल्कुल इसे तरीके नाल गुरुदेव ने बाणी विच मन नूं प्यार नाल भी समझाया ते मन नूं घूरिया भी है। जिथे इहनूं आख्या प्यारा है, मित्र है, तू जोत स्वरूप है, अपने मूल की पछाण कर ला। जिवें बच्चे नूं मां कहे कि तू एडा मतलब तेरे विच बहुत क्वालिटी है, बस समझ ला इस गल नूं। इदां मन बारे गुरुदेव ने यह भी आख्या भी रे मन अंधे कुत्ते कूड़ियार, ये भी शब्द वरते भी ये मेरे मन तू अन्ना है, तू कुत्ता है। जिवें कुत्ता हुंदा है इदां ही तू है, इदां ही तू कूड़ियार है। हुण कुत्ते दा सुभाਅ लालची है, मन भी अच्छा जदों मन लालची होण ते आवे ते कई बार 1 रुपये ते भी हो जांदा। कई बार 1 रुपये कहंदे कोई बंदा सी मलाह सी, बेड़ी चलाउंदा सी, उहदा काम सी लोकां नूं दरिया दे एक कंढे तो चुक के दूजे कंढे ते छड्ड जाना। एक दिन कोई मुसाफिर लंघिया ते वह अपनी पैसिਆਂ वाली गुथली भुल गया, चुक के घरे लिआया ते ਲੱਖਾਂ रुपया उहदे विच। मन ने धर्म जगाया, मन ने आख्या पता नहीं कित्थे लैके चलिया होवेगा ये पैसा, उहदी की लोड़ होवेगी, खड़ी उहने अपनी धी दा विआह करना जां कित्थे वरतने, किसी बीमारी ते लाउणे, कित्थे लाउणे ने, क्यों ना उहनूं मोड़िया जावे। उहने बंदा लभ्या ते मोड़ता, वो ਲੱਖ रुपया वापस कर दिता। मन ही है ना बंदे दा। अगले दिन तुरिया आ रहा सी ते जदों सड़क ते आ रहा सी, रोड ते तुरिया आ रहा सी, थुक किसी ने थुकिया होया सी ते धुप दे विच थुक चमक रहा सी। सड़क दे उत्ते लगा जिवें रुपया डिग्गा, मन ने उस वेले चुकण की कोशिश की, हाथ नूं थुक लग गया। मन कदी दलेर है, इन्ना क दलेर है, इसे करके बाबे ने आख्या तेरा विश्वास ही कोई नहीं। मन खुटहर तेरा नहीं विश्वास, तू महा उदमादा, इस करके तेनू बन के रखना पैंदा है। सतगुरु गुरु रामदास महाराज का अज का यह पावन वाक जिहदे विच उन्होंने हारन की गल की, आपां जितण की गल पहलां कर चुके हैं। गुरु रामदास महाराज कहते ने मैं हार गया हाँ, जिस ठाकुर स्यों ना ही चारा तां को कीजै सद नमस्कारा। संसार विच जिन्नी खुशी नाल बंदा जित नूं कबूलदा है, उन्नी ही निराशा दे नाल बंदा हार नूं कबूलदा है।
उदों वध कई बार कबूलदा भी नहीं। तुसीं वेखो कई बार बंदा बेईमानी कर जांदा, कहंदा मैं हारिया थोड़ा सी, मैं हारिया हुंदा है, पर कहना हारिया थोड़ा सी, वो तो उन्हें इदां कर दिता, फलाने ने इदां कर दिता, कई बहाने बंदा। अच्छा कई हुंदे ने जिहड़े हार नूं भी बहुत खुशी नाल कबूलदे ने। गुरु दे अगे सिख ने अपनी हार नूं कबूलना है, पार उतारा तां होवेगा। इत्थे आण के सिख ने कहना मैं हार गया, तेरे तो बिना मेरा होर कोई आसरा ही नहीं हैगा, भला तां होवेगा। गुरु रामदास साहब ने बख्शिश की रहाओ वाली पंक्ति विच देव गदारी राग दे उत्ते कहण लगे, अब हम चली ठाकुर पै हार। तुहानूं शब्द आउंदा नाल नाल पढ़िओ। कहण लगे हुण मैं अपने ठाकुर उत्ते हार गया, ठाकुर दे अगे जाके मैं अपनी हार नूं स्वीकार कर लिया। मैं बड़ा जोर लाया भी इदां धर्म कमाया जाए। गुरु अमरदास साहब ने जिक्र किया ना, पाठ पढ़िओ अर वेद विचारिओ। मैं आख्या भी शायद मैं इन्ने पाठ कर लवां, इहदे नाल मैं उच्चा हो जावांगा जां इहदे नाल मैनूं जित मिल जाएगी। बड़े पाठ कीते, पाठ पढ़िओ अर वेद विचारिओ, निवल भयंगम साधे, पंच जनासियों संग ना छुटकिओ। पंजां वकारां दे नालों नाता फिर भी नहीं टुटा। पाठ भी कीते, बाणी भी कई बार बंदा वेखो पढ़ लैंदा है, पर वकार जीवन में उदां ही हुंदे ने, क्रोध उदां ही हुंदा है, हंकार उदां ही हुंदा है, बाणी भी पढ़ लैंदा बंदा। सतगुरु कहंदे पाठ पढ़िओ और वेद विचारिओ, निवल भयंगम साधे, बड़े आसन कीते मैं। न्योली कर्म करै बहु आसन, जैन मार्ग संजम आत साधन। सुखमणी साहब की बाणी विच तुसीं पढ़दे हो। निवल भयंगम साधे, पंच जनासियों संग ना छुटकिओ, अधिक अंग बुद्ध वाधे। कहण लगे होर हंकार विच वध गया मैं, होर हंकार वध गया। कई बार बंदा वेखो धर्म का काम करदा, धर्म का कर्म ते तां करीदा है भी हंकार टुटे, पर धर्म का काम करके कई बार बंदे का हंकार वध जांदा है। हुण कई बार, कई सारे नहीं मैं गल कर रहा, पर कई बार जदों साडी अज्ञानता हुंदी है ना, असीं गुरु घर विच जदों कोई चीज़ भेंट कर दिंदे आ, बंदे का हंकार गुरुद्वारे आउंदे ही आ जांदा है भी आह चीज़ गुरुद्वारे मैं दित्ती। आउंदा है ना भी जिहड़ी चीज़ दे ही दित्ती, हुण ओह तेरी काहदी रह गई, ओह ते गुरु दी हो गई। अच्छा अजे शरीरां दी गल नहीं चल रही, अजे अपना आप भेटा करन दी नहीं गल चल रही, अजे सिर्फ चल रही है किसी मटीरीअल, किसी मटीरीअलिस्टिक वस्तु की गल चल रही है, किसी पदार्थ की गल चल रही है। इत्थे तुहाडे ते बचा, साडे ते पंजाब च पੱਖਿਆਂ ते भी लोग नाम लिख दिंदे ने। ये जकारे वाली गल, सुनो गल नूं, ये जकारे वाली गल नहीं सी। पੱਖਿਆਂ ते भी नाम लिख दिंदे, पੱਖਿਆਂ ते भी कोई मर गया, पੱਖੇ दे उत्ते नाम लिख दिता। फिर बंदा जे नाम लिखिया होवे ते कई बार लड़दे भी नानके। गौर करो, थोड़ा ध्यान दो, एकाग्रता ना भंग करो अपनी। भी पੱਖੇ दे उत्ते नाम लिख दिता अपना। बंदा गुरुद्वारे आया, पहला वेंदा भी नाम लिखिया भाई ने के नहीं लिखिया। जे गुरुद्वारे वाटर कूलर चढ़ाया, उत्ते भी नाम लिख दिता। ਇਹਦਾ मतलब छड्डी नहीं ना चीज़, भेटा थोड़ा की। फिर अजे तेरे मन च है भी वो मेरी आ, वो मैं दित्ती आ। पत्थर काले कर दिते गुरुद्वारियां दे लिख लिख के, सिर्फ इस ये फलाना सिंह ने भेटा की, फलाना सिंह ने भेटा की। अजे पदार्थां की गल है, पदार्थ भेटा करके भी अजे बंदे ने उथों मैं नहीं छड्डी अपनी, मैं उदा ही है भी जे मैं ना दिंदा ते अज संगत ने पानी कित्थों ठंडा पीना सी। भी हालांकि बंदा ये सोचे भी संगत चाहे ना, संगत चाहे दुनिया की हर वस्त खरीद के गुरु के चरणों में सुट दे। संगत तेरी चीज़ की मुथाज नहीं है। तुसीं इतिहास के पत्रे पढ़ के वेखो, गुरु कलगीधर महाराज के सिर उत्ते चंदोए झूलते ने। उन्हां दे सिर उत्ते उन्हां समयां दे विच साडे इतिहासकारां ने लिखा है 1.25 लाख तो 2 लाख के करीब पशमीने की चाननी गुरु कलगीधर महाराज के सीस ते जिहड़ी संगत ने भेटा की, काबल की संगत ने। एक प्रसादी हाथी है जिहड़ा गुरु कलगीधर महाराज के सीस उत्ते चौर करदा, सुंड दे विच पानी भरदा, उहदे चिट्टी धारी सी, उहनूं प्रसादी हाथी कहा जांदा सी। राजा रतन राय असाम का राजा सी, उहने भेंट कीता सी। वो गुरु साहब के पैर धोंदा, हर सहूलत जिहड़ी है वो गुरु दरबार दे विच मौजूद रही है। पर फर्क इन्हें सहूलत मौजूद रही, पर जिन्हें सहूलत मुहैया कराई उहदा ना किते चिणके नहीं लाया गया भी इन्हें दित्ती।
मैं अर्ज कर लगा सी, बंदा धर्म का काम क्यों करता है? धर्म का काम करता है अंदर के हंकार नूं तोड़न वास्ते। सेवा क्यों करते हैं? सेवा की जाती है अंदर की हौमे नूं तोड़न वास्ते। पर जे बंदे नूं सेवा करदे ही हौमे आ जाए फिर बंदा की करे? भाई गुरदास ने एक जिक्र किया है, वो कह लगे भी बंदा गुरु के द्वार उत्ते क्यों जाता है, रीजन की है जान का? कहते दुनिया में माया व्याप रही है, माया का प्रभाव है। बंदा गुरुद्वारे तां जाता है भी इस प्रभाव तो बचिया जा सके, थोड़ा जिहा सुकून मिले मैनू। उन्होंने अपने कवितां दे विच दो रचनावां ने भाई गुरदास साहब दी, एक वारां ते दूजे कवित। वो कहते ने माया डर डरपत हार गुरुद्वारे जाए। माया के प्रभाव तो बचन लई बंदा गुरुद्वारे गया, गुरु की शरण विच गया। पर कहते तहां जो माया व्याप है, जे उत्थे भी माया व्यापन लग पवे फिर बंदा जावे किथे? हुण किसे कोल जावे, किसे दी शरण लवे बंदा भी मेरी पग बच जाऊगी, जे ओहो ही पग ला दवे फिर बंदा जावेगा किथे? इस करके गुरु के दरबार विच सिख क्यों बैठा है? ताकि सिख दे अंदर दी हौमे मर जावे। इत्थे ये बोल निकल आउण जिवें बाबा कबीर साहब ने आख्या, तू तू करता तू हुआ मुझ में रहा ना हूँ। हुण मेरे विच हूँ नहीं रहा, हौमे नहीं रही, तू तू करता तू हुआ मुझ में रहा ना हूँ। जब आपा पर का मिट गया जत देखो तत तू। कहण लगे जदों आपा अपना भाव ते पर का पराया भाव, जदों तेर मेर दी भावना खत्म हो गई उदों रब दिखण लग पवेगा। असीं कहने रब दिसदा नहीं, कबीर साहब कहंदे दिसदा है, पर उदों दिसेगा जदों मेर ते तेर वाला सुभाअ त्याग देवेगा। गुरुदेव गुरु रामदास साहब ने आख्या, मैं अज गुरु के चरणों में अपनी मत नूं समर्पित कर दिता है। ते नाल बचन पढ़ रहा सी, पंच जना स्यों संग ना छुट के अधिक अहंग बुद्ध बांधे। महाराज कहते प्यारे इन बिद मिलन ना जाई, मैं किए कर्म अनेका हार परयो स्वामी कै द्वारे दीजै बुद्ध। बबेका शब्द उत्थे भी हार वरतिया। गुरु के द्वारे उत्ते जाके ढह जाना, गुरु के द्वारे उत्ते जाके डिग पैना कि मालक मेरी कोई पाया नहीं है, मेरी कोई समर्था नहीं है, तू त्रुठे तू बख्शिश करें तो मेरे अंदर दी हौमे जा सकती है, मेरे अंदर दा हंकार जा सकता है। महाराज कहन लगे अब हम चली ठाकुर पैहार। हुण अगली गल अगली पंक्ति च की आख्या, कहन लगे जब हम शरण प्रभु की आई राख प्रभु भावें। मारा बहुत वड्डी गल है। कहंदे जदों तैनूं अपना आपा भेटा ही कर दिता, हुण भावें रख ला ते भावें मार दे। जे मैं अर्ज कर लगा सी भी जिहड़ी चीज़ भेटा हो जाए वो फिर ओहदी हो जाती है। तुहाडी माया उन्ना चिर है जिन्ना चिर तुहाडी जेब विच है, जदों वो गुरु की गोलक विच पै गई वो तुहाडी नहीं रह गई। तुहाडा आटा तुहाडा लूण तुहाडा उन्ना चिर। वैसे तो सिख दा घर विच भी उहदा अपना नहीं हुंदा। जिहड़ा सिख है ना ਉਹਦੇ घर ਦੇ ਵਿੱਚ ਪਈ ਹੋਈ चीज़ भी वो गुरु के शुकराने वजों वरतदा है। ਉਹਦੇ घर ਵਿੱਚ पिछले दिनी भाई तारू सिंह ਦਾ ਸ਼ਹੀਦੀ ਪੁਰਬ ਲੰਘ ਕੇ ਗਿਆ। ਇੱਕ ਸੌਣ ਨੂੰ ਜਦੋਂ ਅਸੀਂ ਸੰਗਰਾਂਦ ਵਾਲੇ ਬੰਨੇ ਤੇ ਉਲਝ ਗਏ, ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਅੱਜ ਉਸ ਮਹਾਨ ਯੋਧੇ ਦਾ ਸ਼ਹੀਦੀ ਪੁਰਬ ਹੈ ਜਿਨਨੇ ਈਨ ਨਹੀਂ ਮੰਨੀ ਤੇ ਆਪਣਾ ਖੋਪਰ ਲਵਾ ਲਿਆ। ਉਹਦਾ ਕਿਤੇ ਇਤਿਹਾਸ ਪੜ੍ਹ ਕੇ ਵੇਖੋ, ਮਾਣ ਮਹਿਸੂਸ ਹੁੰਦਾ। ਭਾਈ ਤਾਰੂ ਸਿੰਘ ਕਰਦਾ ਕੀ ਹੈ? घर में बैठा है, 25 साल की उम्र है, वो 24-25 साल का भर जवान है। 1721 का जन्म है तो 1745 की उन्होंने शहादत है। 18वीं सदी की गल है, कोई बहुत ही दूर की गल नहीं। हुण उहदा कर्म की है? गुरसिख परिवार है। घर में कौन कौन है? एक उहदी भैन है जिहदा नाम है तारो, दूजी घर में माँ है। तो भाई तारू सिंह बारे जिहड़ा पूले पिंड का रहने वाला है, उहदे बारे नगर में गल पता की मशहूर है? मैं जिवें कह लगा सी, सिख दे घर में पिया होया पदार्थ भी वो गुरु का समझदा। ये ठीक है भी ये नहीं भी जिहड़ा कोई वेला है, कोई काम नहीं करता, कोई किरत नहीं करता, असी सारा कुछ लटा दईए, ये गुरमत नहीं है। तो मान लो जे मैं ये गल कह दी, क्योंकि कई बार गल्लां दे मतलब पुट्ठे निकल जाते हैं भी जे मैं ये कह रहा भी सिख दे घर में पिया होया पदार्थ गुरु का है, सिख मन के चलता है,
ਇਹਦਾ ਮਤਲਬ ਇਹ ਨਹੀਂ ਕੋਈ ਨਸ਼ਾ ਕਰਨ ਵਾਲਾ ਹੋਵੇ, ਕੋਈ ਸ਼ਰਾਬੀ ਕਬਾਬੀ ਹੋਵੇ, ਕੋਈ ਕੰਮ ਨਾ ਕਰੇ ਤੇ ਆਪਾਂ ਉਹਨੂੰ ਲੁਟਾ ਦਈਏ, ਨਹੀਂ, ਐਸੀ ਗੱਲ ਵੀ ਨਹੀਂ ਹੈ। ਮੇਰੀ ਗੱਲ ਨੂੰ ਧਿਆਨ ਨਾਲ ਸਮਝਿਓ। ਭਾਈ ਤਾਰੂ ਸਿੰਘ ਜੀ ਦੇ ਬਾਰੇ ਇਹ ਗੱਲ ਇਲਾਕੇ ਵਿੱਚ ਹੈ ਵੀ ਇਹ ਗੁਰੂ ਦਾ ਉਹ ਸਿੱਖ ਹੈ। ਤੁਹਾਨੂੰ ਹਨੇਰਾ ਹੋ ਜਾਵੇ, ਕਿਉਂਕਿ ਪੁਰਾਣੇ ਸਮਿਆਂ ਵਿੱਚ ਲੋਕ ਪੈਦਲ ਜਾਂ ਘੋੜਿਆਂ ਤੇ ਸਫ਼ਰ ਕਰਦੇ ਸੀ, ਤੇ ਇਲਾਕੇ ਦੇ ਵਿੱਚ ਸੰਗਤ ਕਹਿੰਦੀ ਹੈ ਜੇ ਰਾਤ ਨੂੰ ਠਾਰ ਕਰਨੀ ਹੈ ਤੇ ਜਾ ਭਾਈ ਤਾਰੂ ਸਿੰਘ ਦੇ ਘਰੇ ਚਲਾ ਜਾ, ਜਾ ਉਹਦੇ ਘਰ ਵਿੱਚ ਚਲੇ ਜਾ, ਤੈਨੂੰ ਖਾਣ ਨੂੰ ਪ੍ਰਸ਼ਾਦਾ ਮਿਲ ਜਾਵੇਗਾ, ਰਹਿਣ ਨੂੰ ਉੱਥੇ ਸ਼ੈਲਟਰ ਮਿਲ ਜਾਵੇਗਾ, ਤੇਰੀ ਲੋੜ ਪੂਰੀ ਕਰ ਦੇਵੇਗਾ, ਤੇਰੀ ਰਾਤ ਕੱਟੀ ਜਾਵੇਗੀ, ਜਾਂ ਭਾਈ ਤਾਰੂ ਸਿੰਘ ਦੇ ਘਰੇ ਚਲੇ ਜਾ। ਆ ਗੁਰਧਾਮ ਹੁਣ ਹੋਂਦ ਵਿੱਚ ਆਏ ਨੇ, ਇਹਦੇ ਝੂਲਦੇ ਹੋਏ ਨਿਸ਼ਾਨ ਇਸ ਗੱਲ ਦਾ ਪ੍ਰਤੀਕ ਨੇ। ਕੋਈ ਲੋੜਵੰਦ ਆ ਜਾਓ, ਇੱਥੇ ਤੁਹਾਨੂੰ ਹਰ ਸਹੂਲਤ ਮਿਲ ਜਾਵੇਗੀ, ਤੁਹਾਡੀ ਰਾਤ ਕੱਟੀ ਜਾਵੇਗੀ। ਹੁਣ ਭਾਈ ਤਾਰੂ ਸਿੰਘ ਸੇਵਾ ਕਰਦਾ, ਘਰ ਵਿੱਚ ਇੱਕ ਭੈਣ ਹੈ ਭਾਈ ਤਾਰੋ। ਸਾਡੇ ਇਤਿਹਾਸ ਨੇ ਬੜੀ ਪਿਆਰੀ ਗੱਲ ਲਿਖੀ, ਕਹਿਣ ਲੱਗੇ ਉਹ ਮਾਵਾਂ ਧੀਆਂ ਕੀ ਕਰਦੀਆਂ ਨੇ, ਉਹ ਸਵੇਰੇ ਚੱਕੀ ਗੇੜਦੀਆਂ ਨੇ, ਚੱਕੀ ਕਣਕ ਪੀਂਦੀਆਂ ਨੇ, ਆਟਾ ਜਿਵੇਂ ਆਪਾਂ ਕਹਿੰਦੇ ਵੀਟ, ਜਿਹਨੂੰ ਅੱਜ ਆਪਾਂ ਕਹਿ ਦਿੰਦੇ ਇੰਗਲਿਸ਼ ਦੇ ਵਿੱਚ, ਆਟਾ ਪੀਂਦੀਆਂ ਨੇ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਚੱਕੀਆਂ ਹੱਥ ਨਾਲ ਚੱਲਦੀਆਂ ਹੁੰਦੀਆਂ ਸੀ, ਹੱਥ ਦੇ ਨਾਲ ਜਿੰਨੀ ਕੁ ਰੋਜ਼ ਦੀ ਲੋੜ ਸੀ ਉਹਨਾਂ ਕੁ ਉਹਨਾਂ ਨੇ ਉਹਦੇ ਵਿੱਚ ਕਣਕ ਪਾ ਲੈਣੀ, ਆਟਾ ਪੀ ਲੈਣਾ, ਖਾ ਲੈਣਾ। ਤੇ ਸਾਡੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਹੈ ਕਿ ਪੂਲੋ ਪਿੰਡ ਇੱਕ ਮਾਝੇ ਅਹੀ, ਮਾਝੇ ਦੇ ਵਿੱਚ ਇੱਕ ਪਿੰਡ ਪੈਂਦਾ ਪੂਲਾ, ਪੂਲੋ ਪਿੰਡ ਇੱਕ ਮਾਝੇ ਅਹੀ, ਤਾਰੂ ਸਿੰਘ ਵੈ ਖੇਤੀ ਕਰੈ। ਤਾਰੂ ਸਿੰਘ ਉੱਥੇ ਖੇਤੀ ਕਰਦਾ ਹੈ। ਸਾਥ ਪਿੰਡ ਵੈ ਹਾਲਾ ਭਰੈ, ਹਾਲਾ ਕਹਿੰਦੇ ਨੇ ਟੈਕਸ ਨੂੰ, ਕਹਿੰਦੇ ਨਾਲੇ ਉਹ ਖੇਤੀ ਕਰਦਾ ਹੈ ਨਾਲੇ ਸਰਕਾਰ ਨੂੰ ਟੈਕਸ ਦਿੰਦਾ ਹੈ, ਜ਼ਿੰਮੇਵਾਰ ਨਾਗਰਿਕ ਹੈ, ਜਿਵੇਂ ਟੈਕਸ ਦੇਣ ਵਾਲੇ ਨੂੰ ਜ਼ਿੰਮੇਵਾਰ ਨਾਗਰਿਕ ਕਿਹਾ ਜਾਂਦਾ ਹੈ। ਸਾਥ ਪਿੰਡ ਵੈ ਹਾਲਾ ਭਰੈ, ਮਿਹਨਤ ਕਰਦਾ ਹੈ, ਕਿਰਤ ਕਮਾਈ ਕਰਦਾ ਹੈ ਤੇ ਸਰਕਾਰ ਨੂੰ ਟੈਕਸ ਵੀ ਦਿੰਦਾ ਹੈ। ਘਰ ਵਿੱਚ ਕੌਣ ਹੈ, ਕਹਿੰਦੇ ਹੈ ਉਸ ਕੇ ਇੱਕ ਭੈਣ ਅਰ ਮਾਈ, ਇੱਕ ਉਹਦੇ ਘਰ ਵਿੱਚ ਉਹਦੀ ਭੈਣ ਹੈ ਤੇ ਦੂਜੀ ਉਹਦੇ ਘਰ ਵਿੱਚ ਉਹਦੀ ਮਾਂ ਹੈ ਉਸ ਕੇ ਇੱਕ ਭੈਣ ਅਰ ਮਾਈ। ਉਹ ਕੀ ਕਰਦੀਆਂ ਨੇ, ਪੀਸ ਕੂਟ ਵੈ ਕਰੈ ਕਮਾਈ, ਪੀ ਕੇ ਕੁੱਟ ਕੇ ਉਹ ਕਮਾਈ ਕਰਦੀਆਂ ਨੇ, ਕਣਕ ਪੀਂਦੀਆਂ ਨੇ, ਦਾਣੇ ਪੀਂਦੀਆਂ ਨੇ, ਉਹ ਇਦਾਂ ਕਮਾਈ ਕਰਦੀਆਂ ਨੇ। ਇਹ ਉਹਨਾਂ ਦੀ ਰੋਜ਼ ਦੀ ਕਿਰਤ ਹੈ, ਰੋਜ਼ ਦਾ ਕੰਮ ਹੈ ਉਹਨਾਂ ਦਾ। ਹੈ ਉਸ ਕੇ ਇੱਕ ਭੈਣ ਅਰ ਮਾਈ, ਪੀਸ ਕੂਟ ਵੈ ਕਰੈ ਕਮਾਈ। ਦੂਜੇ ਪਾਸੇ ਆਖਿਆ ਆਪ ਵੀ ਖਾਂਦੇ ਨੇ, ਕਿਰਤ ਕਰਕੇ ਆਪ ਵੀ ਖਾਂਦੇ ਨੇ ਤੇ ਲੋੜਵੰਦਾਂ ਨੂੰ ਵੀ ਛਕਾਉਂਦੇ ਨੇ। ਜਿਹੜਾ ਬਚ ਜਾਂਦਾ ਹੈ ਉਹ ਜੰਗਲਾਂ ਦੇ ਵਿੱਚ ਜਿਹੜੇ ਸਰਕਾਰ ਨਾਲ ਲੜ ਰਹੇ ਸਿੰਘ ਨੇ ਉਹਨਾਂ ਤੱਕ ਪਹੁੰਚਾ ਕੇ ਆਉਂਦੇ ਨੇ। ਇਹ ਉਹਨਾਂ ਦਾ ਰੋਜ਼ ਦਾ ਕੰਮ ਹੈ। ਲੋੜਵੰਦ ਘਰ ਵਿੱਚ ਆ ਜਾਵੇ ਉਹਦੀ ਮਦਦ ਕਰਦੇ ਨੇ। ਈਵਨ ਜਦੋਂ ਭਾਈ ਤਾਰੂ ਸਿੰਘ ਦੀ ਸ਼ਹਾਦਤ ਹੋਈ ਹੈ ਤੇ ਇੱਕ ਮੁਸਲਮਾਨ ਘਰ ਦੇ ਵਿੱਚ ਆਇਆ ਹੈ, ਉਹਨੇ ਆਣ ਕੇ ਫਰਿਆਦ ਕੀਤੀ ਹੈ ਕਿ ਮੇਰੀ ਧੀ, ਜਿਹਦਾ ਨਾਂ ਸਲਮਾ ਇਤਿਹਾਸ ਨੇ ਲਿਖਿਆ, ਉਹਨੂੰ ਪੱਟੀ ਦਾ ਨਵਾਬ ਚੁੱਕ ਕੇ ਲੈ ਗਿਆ ਏ। ਭਾਈ ਤਾਰੂ ਸਿੰਘ ਨੇ ਉਹ ਖਬਰ ਸਿੰਘਾਂ ਨੂੰ ਦਿੱਤੀ ਤੇ ਉਹਦੀ ਜਵਾਨ ਮੁਸਲਮਾਨ ਬੱਚੀ ਨੂੰ ਸਿੰਘ ਉੱਥੋਂ ਛੁਡਾ ਕੇ ਲਿਆਏ। ਸੰਖੇਪ ਵਿੱਚ ਕਹਿ ਦੇਵਾਂ, ਇਸ ਭਾਈ ਤਾਰੂ ਸਿੰਘ ਦੀ ਮੁਖਬਰੀ ਕੀਤੀ ਗਈ ਤੇ ਖੋਪਰੀ ਲਹਾ ਕੇ ਉਹਨਾਂ ਦੀ ਸ਼ਹਾਦਤ ਹੋਈ ਲਾਹੌਰ ਦੇ ਵਿੱਚ। ਜ਼ਕਰੀਆ ਖਾਨ ਦਾ ਇਹ ਸਮਾਂ ਸੀ। ਇਹ ਉਹ ਸਮਰਪਿਤ ਸਿੱਖ। ਹਾਲਾਂਕਿ ਜੇ ਭਾਈ ਤਾਰੂ ਸਿੰਘ ਚਾਹੁੰਦੇ, ਅਸੀਂ ਜਦੋਂ ਅੱਜ ਗੱਲ ਕਰਦੇ ਨਾ, ਅਸੀਂ ਨਫੇ ਨੁਕਸਾਨ ਦੇ ਵਿੱਚ ਬਹੁਤ ਪੈਂਦੇ ਹਾਂ ਵੀ ਜੇ ਗੁਰੂ ਨਾਲ ਲਾਉਣੀ ਹੈ, ਅਸੀਂ ਵੇਖਦੇ ਹਾਂ ਵੀ ਘਾਟਾ ਕਿੱਥੇ ਪੈਂਦਾ ਹੈ ਤੇ ਵਾਧਾ ਕਿੱਥੇ ਹੁੰਦਾ ਹੈ। ਅਸੀਂ ਘਾਟੇ ਵੇਲੇ ਖਲੋਂਦੇ ਨਹੀਂ, ਪਰ ਵਾਧੇ ਵੇਲੇ ਅਸੀਂ ਨਾਲ ਖਲੋ ਜਾਂਦੇ ਹਾਂ। ਮਿੱਤਰ ਕੌਣ ਹੁੰਦਾ ਹੈ? ਮਿੱਤਰ ਉਹ ਹੈ ਜੇ ਮੁਨਾਫੇ ਵੇਲੇ ਤੁਹਾਡੇ ਕੋਲ ਖਲੋਤਾ ਹੈ ਤੇ ਘਾਟੇ ਵੇਲੇ ਵੀ ਕੋਲ ਖਲੋਤਾ ਹੈ, ਫਿਰ ਉਹ ਪਿੱਠ ਦੇ ਕੇ ਨਹੀਂ ਭੱਜਿਆ। ਬਾਬੇ ਨਾ ਕਹਿੰਦਾ ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ। ਸੱਜਣ ਤੇ ਉਹ ਹੈ ਜਿਹੜਾ ਨਾਲ ਚੱਲੇ, ਬਿਪਤਾ ਵੀ ਆ ਜਾਵੇ ਤੇ ਤਾਂ ਵੀ ਛੱਡ ਕੇ ਨਾ ਭੱਜੇ। ਜਿਹੜਾ ਬਿਪਤਾ ਵੇਲੇ ਛੱਡ ਕੇ ਭੱਜ ਗਿਆ ਉਹ ਸੱਜਣ ਕਾਹਦਾ ਹੈ? ਇਹਨੂੰ ਕਹਿੰਦੇ ਨੇ ਆਪਾ ਭਾਵ ਸਮਰਪਿਤ ਕਰ ਦੇਣਾ ਗੁਰੂ ਅੱਗੇ। ਤੇ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਦੋਂ ਮੈਂ ਆਪਾ ਭਾਵ ਸਮਰਪਿਤ ਕਰ ਦਿੱਤਾ, ਹੁਣ ਪਰਵਾਹ ਨਹੀਂ। अब हम चली ठाकुर प्यार, जब हम शरण प्रभु की आई, राख प्रभु भावें मार। असी सोचांगे भी गुरु रखदा है कि मारदा है। गुरु शरीर करके ते तुहानू वो भी योधे मिल जाणगे जिन्हां ने शरीर दे परखचे उड़ा दिते, परवाह नहीं की। दूजे पासे गुरु रखदा है, गुरु मारन वाला नहीं। गुरु मार के भी जवालदा है, सतगुर मेरा मार
ਜਵਾਲੇ ਗੁਰੂ ਮਾਰ ਵੀ ਦਵੇ ਤੇ ਤਾਂ ਵੀ ਸਿੱਖ ਦਾ ਜੀਵਨ ਹੈ। ਤੇ ਦੂਜੇ ਪਾਸੇ ਜਿਹਨੂੰ ਅਸੀਂ ਜੀਵਨ ਕਹਿੰਦੇ ਆ, ਖਿਆਲ ਕਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ। ਨਾਨਕ ਅਰਦਾਸ ਕਰੋ ਉਹਦੇ ਕਿ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਜਿਹਨੂੰ ਅਸੀਂ ਜੀਵਨ ਕਹਿੰਦੇ ਆ ਉਹਦੇ ਬਾਰੇ ਬਾਬੇ ਨੇ ਆਖਿਆ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਸ਼ਬਦ ਵਰਤਿਆ ਬਲਣਾ। ਬਲਣਾ ਦਾ ਅਰਥ ਕੀ ਹੁੰਦਾ ਹੈ? ਬਲ, ਜਿਵੇਂ ਅੱਗ ਲੱਗ ਜਾਵੇ ਕੋਈ ਚੀਜ਼ ਬਲਦੀ ਹੈ ਨਾ। ਮਹਾਰਾਜ ਕਹਿੰਦੇ ਨੇ ਤੇਰੀ ਯਾਦ ਤੋਂ ਬਿਨਾਂ ਜਿਹੜਾ ਜੀਵਨ ਹੈ ਉਹ ਬਲ ਰਿਹਾ ਹੈ ਅੱਗ ਦੇ ਵਿੱਚ। ਜੀਵਨ ਅਸਲ ਵਿੱਚ ਉਹ ਹੈ ਜਿਹੜਾ ਤੈਨੂੰ ਸਮਰਪਿਤ ਹੈ। ਗੁਰੂ ਮਾਰ ਵੀ ਦਵੇ ਤੇ ਜੀਵਨ ਹੈ। ਗੁਰੂ ਦੇ ਆਪਣੇ ਪੁੱਤ ਸ਼ਹਾਦਤ ਦਾ ਜਾਮ ਪੀਂਦੇ ਨੇ, ਪਰ ਅੱਜ ਵੀ ਜਿਉਂਦੇ ਨੇ, ਅੱਜ ਵੀ ਉਹ ਸਾਡੇ ਵਿੱਚ ਨੇ। ਗੁਰੂ ਆਪ ਸ਼ਹਾਦਤ, ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹਾਦਤ ਦਾ ਜਾਮ ਪੀਂਦੇ ਨੇ, ਸਰੀਰ ਕਰਕੇ ਦੁਨੀਆ ਤੋਂ ਤੁਰ ਗਏ, ਪਰ ਅੱਜ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੇ ਵਿੱਚ ਜਿਉਂਦੇ ਨੇ। ਭਾਈ ਤਾਰੂ ਸਿੰਘ ਸਰੀਰ ਕਰਕੇ ਖੋਪਰ ਲਵਾ ਗਿਆ, ਚਰਖੜੀ ਤੇ ਚੜ ਗਿਆ, ਪਰ ਅੱਜ ਵੀ ਭਾਈ ਤਾਰੂ ਸਿੰਘ ਸਾਡੇ ਵਿੱਚ ਜਿਉਂਦਾ। ਗੁਰੂ ਮਾਰ ਵੀ ਦਵੇ ਨਾ ਸਿੱਖ ਨੂੰ ਤੇ ਤਾਂ ਵੀ ਸਿੱਖ ਦਾ ਜੀਵਨ ਹੈ, ਤਾਂ ਵੀ ਜ਼ਿੰਦਗੀ ਹੈ। ਤੇ ਦੁਨੀਆ ਦੇ ਵਿੱਚ ਸਿੱਖ ਜੀ ਵੀ ਲਵੇ ਗੁਰੂ ਨੂੰ ਛੱਡ ਕੇ, ਉਹ ਮੌਤ ਦੇ ਸਮਾਨ ਹੈ, ਉਹ ਮਰੀ ਹੋਈ ਗੱਲ ਹੈ। ਸਤਿਗੁਰ ਨੇ ਆਖਿਆ, ਮੈਂ ਤੈਨੂੰ ਆਪਣਾ ਆਪ ਭੇਟਾ ਕਰ ਦਿੱਤਾ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਇਹ ਹੁਣ ਤੇਰੀ ਮਰਜ਼ੀ ਹੈ ਵੀ ਤੂੰ ਰੱਖਣਾ ਹੈ ਕਿ ਤੂੰ ਮੈਨੂੰ ਮਾਰਨਾ। ਕਿੱਡੀ ਵੱਡੀ ਭਰੋਸੇ ਦੀ ਗੱਲ ਹੈ। ਇਹ ਸੀ ਰਹਾਉ ਵਾਲੀ ਪੰਕਤੀ। ਅਗਲਾ ਬਚਨ ਹੈ, ਲੋਕਨ ਕੀ ਚਤੁਰਾਈ ਉਪਮਾ। ਆਹ ਸਭ ਤੋਂ ਵੱਡੀ ਗੱਲ ਹੈ। ਕਹਿੰਦੇ ਲੋਕਾਂ ਦੀਆਂ ਚਤੁਰਾਈਆਂ ਤੇ ਉਪਮਾ, ਉਪਮਾ ਕਹਿੰਦੇ ਨੇ ਵਡਿਆਈ। ਇਹਨਾਂ ਦੋ ਚੀਜ਼ਾਂ, ਇਉਂ ਕਹਿ ਲਓ ਵੀ ਇਹ ਦੋ ਚੀਜ਼ਾਂ ਸਾਡੇ ਸੁਭਾਅ ਵਿੱਚ ਰਚੀਆਂ ਨੇ ਵਾਹਿਗੁਰੂ ਜੀ। ਦੋ ਚੀਜ਼ਾਂ, ਇੱਕ ਚਲਾਕੀ ਤੇ ਦੂਜੀ ਵਡਿਆਈ। ਚਲਾਕੀ ਬੰਦਾ ਕਿਸੇ ਨਾਲ ਵੀ ਕਰ ਸਕਦਾ ਹੈ, ਬੰਦਾ ਗੁਰੂ ਨਾਲ ਵੀ ਚਲਾਕੀਆਂ ਕਰਦਾ। ਗੁਰਦੇਵ ਨੇ ਬਾਣੀ ਚ ਆਖਿਆ ਨਾ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਬੰਦਾ ਗੁਰੂ ਨਾਲ ਵੀ ਚਲਾਕੀ ਕਰਦਾ। ਉਹਨੂੰ ਇਦਾਂ ਲੱਗਦਾ ਵੀ ਜਿੱਦਾਂ ਚਲਾਕੀ ਮੈਂ ਗਵਾਂਢੀ ਨਾਲ ਕਰ ਲੈਣਾ, ਇਦਾਂ ਗੁਰੂ ਨਾਲ ਵੀ ਕਰ ਸਕਦਾ। ਮਨੁੱਖ ਨੂੰ ਇਦਾਂ ਲੱਗਦਾ ਵੀ ਜਿੱਦਾਂ ਮੈਂ ਗਵਾਂਢੀ ਨਾਲ ਚਲਾਕੀ ਕਰ ਲਈ, ਜਿੱਦਾਂ ਇੱਕ ਬੱਚੇ ਨਾਲ ਚਲਾਕੀ ਕਰ ਲਈ, ਇਦਾਂ ਗੁਰੂ ਤੇ ਅੰਦਰ ਦੀ ਜਾਣਨ ਵਾਲਾ ਹੈ। ਉਹਨੂੰ ਤੇ ਆਪਾਂ ਕਹਿੰਦੇ ਅੰਤਰਜਾਮੀ ਪੁਰਖ ਵਿਧਾਤੇ। ਉਹ ਤੇ ਅੰਦਰ ਦੀ ਜਾਣਨ ਵਾਲਾ, ਉਹ ਤੇ ਉਹ ਪੁਰਖ ਹੈ, ਉਹ ਵਿਧਾਤਾ ਹੈ ਜਿਹੜਾ ਅੰਦਰ ਦੀ ਜਾਣਦਾ। ਇਸ ਕਰਕੇ ਉਹਨੂੰ ਤੇਰੀ ਚਲਾਕੀ ਦਾ ਪਤਾ ਹੈ, ਉਹਨੂੰ ਸਮਝ ਹੈ ਵੀ ਤੂੰ ਕਿੱਥੇ ਚਲਾਕੀ ਕਰ ਰਿਹਾ। ਗੁਰੂ ਦੇ ਅੱਗੇ ਚਤੁਰਾਈ ਨਾ ਕਰੀ। ਮੈਰਿਜ ਕਰ ਲੱਗਾ, ਦੂਜੀ ਕਿਹੜੀ ਗੱਲ ਹੈ? ਦੂਜੀ ਉਪਮਾ ਵਡਿਆਈ। ਬੰਦਾ ਕੰਮ ਕਰਦਾ ਹੈ ਨਾ ਕੋਈ, ਤੇ ਇਹ ਨਾਲ ਐਸ ਕੰਨੋਂ ਸੋਚਦਾ ਵੀ ਮੇਰੀ ਕੋਈ ਵਡਿਆਈ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਭਲਾ। ਮਹਾਰਾਜ ਕਹਿੰਦੇ ਇੱਕ ਲੋਕਾਂ ਦੀ ਚਤੁਰਾਈ। ਬਹੁਤੀ ਵਾਰ ਅਸੀਂ ਧਰਮ ਵਾਲੇ ਬੰਨੇ ਪਤਾ ਕਿਉਂ ਨਹੀਂ ਤੁਰਦੇ? ਜਦੋਂ ਖੰਡੇ ਬਾਟੇ ਕੀ ਪੌਲ ਦੀ ਗੱਲ ਚੱਲਦੀ ਹੈ, ਉਦੋਂ ਬੰਦਾ ਕਹੇਗਾ ਉਹ ਅਜੇ ਐਵੇਂ ਕੀ ਛਕਣਾ। ਫਿਰ ਕਈ ਬਹਾਨੇ ਨੇ ਬੰਦੇ ਕੋਲ, ਕਈ ਬਹਾਨੇ ਨੇ। ਬੱਚੇ ਵਿਆਹ ਲਈਏ, ਬੱਚੇ ਵੀ ਵਿਆਹੇ ਜਾਂਦੇ ਨੇ। ਫਿਰ ਬੰਦਾ ਕਹਿੰਦਾ ਹੁਣ ਗਾਂ ਅੱਗੇ ਖੰਡੇ ਬਾਟੇ ਕੀ ਪੌਲ ਹੀ ਛਕਣੀ ਹੈ। ਜਦੋਂ ਬੰਦਾ ਬਚਪਨ ਵਿੱਚ ਹੁੰਦਾ ਹੈ ਨਾ, ਚਲੋ ਇੱਕ ਉਮਰ, ਇੱਕ ਅਵਸਥਾ ਉਹ ਹੈ ਵੀ ਜਦੋਂ ਅਜੇ ਬੱਚੇ ਨੂੰ ਸਮਝ ਨਹੀਂ ਹੈ। ਜਦੋਂ ਥੋੜ੍ਹਾ ਜਿਹਾ ਜਵਾਨੀ ਵਿੱਚ ਬੰਦਾ ਪੈਰ ਧਰਦਾ ਹੈ, ਇਹ ਹਰ ਮਨੁੱਖ ਦੀ ਇਹ ਵਿਡੰਬਣਾ ਹੈ ਸਾਡੇ ਸਮਾਜ ਦੀ। ਹਰ ਮਨੁੱਖ ਦੀ ਖਸਲਤ ਹੈ। ਜਵਾਨੀ ਵਿੱਚ ਪੈਰ ਧਰਿਆ, ਆਖਿਆ ਖੰਡੇ ਬਾਟੇ ਕੀ ਪੌਲ ਛਕ ਲਓ। ਬੰਦਾ ਕਹਿੰਦਾ ਬਾਬਾ ਜੀ ਅਜੇ ਬਥੇਰੀ ਜ਼ਿੰਦਗੀ ਪਈ ਆ, ਅੱਛਾ ਵਿਆਹ ਵੀ ਹੋ ਲਈਏ ਫਿਰ ਛਕ ਲਾਂਗੇ। ਚਲੋ ਵਿਆਹ ਹੋ ਗਿਆ, ਉਹਨੂੰ ਕਹੋ ਹੁਣ ਛਕ ਲਾ। ਕਹਿੰਦਾ ਕੋਈ ਨਹੀਂ ਛਕ ਲਾਂਗੇ ਜੀ, ਬੱਚੇ ਵਿਆਹ ਲਈਏ। ਪਹਿਲਾਂ ਆਪਦੇ ਵਿਆਹ ਦੀ ਗੱਲ, ਮੁੜ ਕੇ ਬੱਚੇ ਦੇ ਵਿਆਹਣ ਦੀ ਗੱਲ। ਅੱਛਾ ਉਮੀਦ ਵੇਖੋ ਬੰਦੇ ਨੇ ਕਿੰਨੀ ਪਾ ਲਈ। ਅਜੇ ਕੀ ਪਤਾ ਤੇਰੀ ਉਮਰ ਬੱਚਿਆਂ ਤੱਕ ਪਹੁੰਚਣੀ ਹੈ ਕਿ ਨਹੀਂ ਪਹੁੰਚਣੀ। ਉਮੀਦਾਂ ਵੇਖੋ, ਆਸਾਂ ਵੇਖੋ ਬੰਦੇ ਦੀਆਂ ਕਿੱਥੋਂ ਤੱਕ ਨੇ। ਵੀ ਅਜੇ ਜਿੱਥੋਂ ਤੱਕ ਤੂੰ ਦਾਅਵੇ ਕਰ ਰਿਹਾ ਪਤਾ ਨਹੀਂ ਉੱਥੋਂ ਤੱਕ ਪਹੁੰਚਣਾ ਹੈ ਕਿ। ਬਾਣੀ ਨਾਲ ਜੁੜਨ ਦੀ ਵੀ ਗੱਲ ਇਦਾਂ ਹੀ ਹੈ।
ਜਦੋਂ ਅੱਛਾ ਸਾਰੀ ਜ਼ਿੰਦਗੀ ਬੰਦਾ ਭਾਵੇਂ ਬਾਣੀ ਨਾਲ ਨਾ ਜੁੜੇ, ਜਦੋਂ ਸਰੀਰ ਬਿਰਧ ਹੋ ਜਾਂਦਾ ਉਦੋਂ ਫਿਰ ਹੱਥ 'ਚ ਮਾਲਾ ਫੜ ਕੇ ਬਹਿ ਜਾਂਦਾ, ਉਦੋਂ ਵੀ ਬਾਣੀ ਨਾਲ ਨਹੀਂ ਜੁੜਦਾ, ਫਿਰ ਮਾਲਾ ਫੜ ਲੈਂਦਾ, ਰੱਬ ਦਾ ਭਗਤ ਬਣ ਜਾਂਦਾ। ਅੱਛਾ ਮਾੜੀ ਗੱਲ ਨਹੀਂ ਹੈ ਬਾਣੀ ਪੜ੍ਹਨੀ, ਬਿਰਧ ਅਵਸਥਾ 'ਚ ਹੀ ਪੜ੍ਹ ਲਓ, ਕੋਈ ਗੱਲ ਨਹੀਂ, ਮਾੜੀ ਗੱਲ ਨਹੀਂ, ਪਰ ਮੈਂ ਇੱਕ ਉਦਾਹਰਨ ਦੇ ਰਿਹਾ, ਐਗਜ਼ਾਮਪਲ ਦੇ ਰਿਹਾ ਇੱਕ। ਹੁਣ ਜਦੋਂ ਜਵਾਨੀ ਵਿੱਚ ਕਹਿੰਦਾ ਵਿਆਹ ਕਰਾ ਲਈਏ, ਵਿਆਹ ਹੋ ਗਿਆ, ਹੁਣ ਕਹਿੰਦਾ ਜੀ ਬੱਚੇ ਸੈਟਲ ਕਰ ਲਈਏ, ਬੱਚੇ ਸੈਟਲ ਹੋ ਗਏ, ਹੁਣ ਕਹਿੰਦਾ ਬੱਚੇ ਵਿਆਹ ਲਈਏ। ਜਦੋਂ ਬੱਚੇ ਵਿਆਹੇ ਗਏ ਹੁਣ ਕਹਿੰਦਾ ਬਸ ਹੁਣ ਸਾਡੀ ਤੇ ਲੰਘ ਗਈ, ਜਾ ਕੇ ਨੌਜਵਾਨਾਂ ਨੂੰ ਸਮਝਾਓ। ਇਹ ਚਲਾਕੀ। ਦੂਜੀ ਚਲਾਕੀ ਇਹ ਹੁੰਦੀ ਹੈ ਵੀ ਬੰਦਾ ਕਹਿੰਦਾ ਏ ਲੋਕਾਂ ਦੀਆਂ ਚਤੁਰਾਈਆਂ, ਲੋਕਾਂ ਦੀਆਂ ਚਤੁਰਾਈਆਂ। ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਆਖਿਆ, ਨਾਨਕ ਦੁਨੀਆ ਕੀਆਂ, ਜਿਹੜੀਆਂ ਦੁਨੀਆ ਦੀਆਂ ਸੰਸਾਰ ਦੀਆਂ ਵਡਿਆਈਆਂ ਨੇ ਨਾ, ਇਹਨੂੰ ਅੱਗ ਦੇ ਵਿੱਚ ਸਾੜ ਦੇ। ਬੰਦਾ ਦੂਜੇ ਵੱਲ ਵੀ ਵੇਖਦਾ ਵੀ ਦੂਜਾ ਕੀ ਆਖੇਗਾ, ਵੀ ਜੇ ਮੈਂ ਕਿਰਪਾਨ ਪਾ ਲਈ ਉੱਤੋਂ ਦੀ, ਮੈਨੂੰ ਕਿਸੇ ਨੇ ਕਹਿਣਾ ਇਹ ਬਾਬਾ ਬਣ ਗਿਆ। ਇਹ ਵੀ ਸਾਡੀ ਸਮੱਸਿਆ ਹੈ, ਇਹ ਸਾਡੀ ਸਾਈਕੀ ਹੈ, ਸਾਡੀ ਸੋਚ ਹੈ। ਪਰ ਨਹੀਂ, ਜਿਹੜੇ ਸਟੇਟ ਵਿੱਚ ਆਪਾਂ ਰਹਿ ਰਹੇ ਹਾਂ ਨਾ, ਮੈਂ ਅਕਸਰ ਇਹ ਗੱਲ ਕਰਦਾ, ਸਾਨੂੰ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਇੱਥੇ। ਮੈਂ ਅਲੂਚਾ ਬਾਗ ਗੁਰਦੁਆਰਾ ਸਾਹਿਬ ਕਥਾ ਸੀ, ਕਥਾ ਕਰਕੇ ਮੈਂ ਕਿਸੇ ਸਿੰਘ ਦੇ ਘਰੇ ਪ੍ਰਸ਼ਾਦਾ ਪਾਣੀ ਛਕਣ ਜਾਣਾ ਸੀ, ਦੁਪਹਿਰ ਦਾ ਸਮਾਂ ਸੀ। ਮੈਂ ਜਦੋਂ ਗਿਆ ਤੇ ਇੱਕ ਮੁਸਲਮਾਨਾਂ ਦਾ ਛੋਟਾ ਜਿਹਾ ਬੱਚਾ, ਉਹਦੇ ਹੱਥ ਦੇ ਵਿੱਚ ਉਹਨੇ ਆਪਣਾ ਬਾਣਾ ਪਾਇਆ ਹੋਇਆ, ਜਿਹੜਾ ਉਹਨਾਂ ਦਾ ਬਾਣਾ ਹੈ, ਸਿਰ ਉੱਤੇ ਉਹਨੇ ਟੋਪੀ ਪਾਈ ਹੋਈ, ਹੱਥ ਵਿੱਚ ਉਹਨੇ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਸੈਂਚੀਆਂ ਫੜੀਆਂ ਹੁੰਦੀਆਂ ਨੇ ਨਾ, ਇੱਦਾਂ ਹੱਥ ਵਿੱਚ ਉਹਦੇ ਇੱਕ ਕਿਤਾਬ, ਮੈਨੂੰ ਨਹੀਂ ਪਤਾ ਸ਼ਾਇਦ ਕੁਰਾਨ ਦੀਆਂ ਆਇਤਾਂ ਦੀ ਕੋਈ ਕਿਤਾਬ ਹੋਵੇ, ਉਹਦੇ ਕੋਲ ਨਾਲ ਉਹ ਕਿਤਾਬ ਰੱਖਣ ਵਾਸਤੇ ਇੱਕ ਰੀਲ, ਜਿਹਦੇ ਉੱਤੇ ਉਹ ਚੀਜ਼ ਰੱਖੀ ਜਾਂਦੀ, ਕੱਲਾ ਉਹ ਗਲੀ ਵਿੱਚ ਤੁਰਿਆ ਆਵੇ। ਹੁਣ ਮੈਂ ਅੰਦਾਜ਼ਾ ਲਾ ਰਿਹਾ ਸੀ ਵੀ ਉਹਦੀ ਉਮਰ ਕਿੰਨੀ ਕੁ ਹੋਵੇਗੀ, 9 ਜਾਂ 10 ਸਾਲ ਦੀ, ਬਸ ਇੰਨੀ ਕੁ ਉਮਰ ਸੀ, ਬੜਾ ਛੋਟੀ ਜਿਹੀ ਉਮਰ ਦਾ ਸੀ, ਕੱਲਾ ਹੀ ਤੁਰਿਆ ਆ ਰਿਹਾ ਸੀ। ਅੱਛਾ ਇੱਧਰ ਸਾਡੇ ਪਰਿਵਾਰਾਂ ਦੇ ਵਿੱਚ ਕੀ ਹੈ ਫਰਕ, ਵੇਖੋ ਤੁਸੀਂ, ਇਹਦਾ ਕੰਪੈਰੀਜ਼ਨ ਕਰੋ ਕਦੀ ਇਸ ਚੀਜ਼ ਦਾ, ਵੀ ਸਾਡੇ ਵਿੱਚ ਫਰਕ ਕੀ ਹੈ। ਸਾਡਾ 9-10 ਸਾਲ ਦਾ ਬੱਚਾ ਹੈ, ਅਸੀਂ ਸ਼ਾਇਦ ਉਹਨੂੰ ਉਂਗਲ ਨਾਲ ਲਾ ਕੇ ਗੁਰਦੁਆਰੇ ਮੱਥਾ ਟੇਕਣ ਵੀ ਨਾ ਲਿਆਈਏ। ਇਹ ਫਰਕ ਹੈ। ਉਹ ਧਾਰਮਿਕ ਤਾਲੀਮ ਦੇ ਰਹੇ ਨੇ ਆਪਣੇ ਬੱਚਿਆਂ ਦੀ, ਅਸੀਂ ਇੱਥੋਂ ਕੱਚੇ ਰਹਿ ਗਏ। ਫਿਰ ਜਦੋਂ ਕੋਈ ਹੈਪਨ ਹੁੰਦਾ ਹੈ, ਕੋਈ ਇਨਸੀਡੈਂਟਸ ਇੱਦਾਂ ਦੇ ਵਾਪਰਦੇ ਨੇ, ਫਿਰ ਅਸੀਂ ਕਹਿੰਦੇ ਹਾਂ ਵੇਖੋ ਜੀ ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਨਹੀਂ, ਉਹ ਮਾੜਾ ਹੈ, ਉਹਨੂੰ ਆਪਾਂ ਐਪਰੀਸ਼ੀਏਟ ਨਹੀਂ ਕਰ ਰਹੇ, ਪਰ ਕਿਤੇ ਨਾ ਕਿਤੇ ਸਾਨੂੰ ਆਪਣੇ ਅੰਦਰ ਵੀ ਝਾਤ ਮਾਰਨ ਦੀ ਲੋੜ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ, ਜੋ ਆਪ ਗੁਰਮਤਿ ਦੇ ਨਾਲ ਕਿੰਨਾ ਕੁ ਜੁੜੇ ਹਾਂ, ਗੁਰਬਾਣੀ ਨੂੰ ਕਿੰਨਾ ਸਮਝ ਰਹੇ ਹਾਂ, ਸਾਡੇ ਕੋਲ ਟਾਈਮ ਨਹੀਂ। ਅਸੀਂ ਤੇ ਬਸ 3100 5100 7100 ਦੇਣਾ ਹੈ, ਪਾਠ ਹੋ ਜਾਣਾ, ਅਰਦਾਸ ਵਾਲੇ ਦਿਨ ਪਹੁੰਚ ਜਾਣਾ, ਤੇ ਮੇਰੇ ਵਰਗੇ ਭਾਈ ਨੂੰ ਫਿਰ ਕਹਿਣਾ ਪੈਣਾ ਜੀ ਗੁਰਮੁਖ ਪ੍ਰੇਮੀਆਂ ਨੇ ਪਰਸੋਂ ਤੋਂ ਲੈ ਕੇ ਤੁਹਾਡੀ ਬੜੀ ਸੇਵਾ ਕੀਤੀ। ਗੁੱਸਾ ਨਾ ਮਨਾਇਓ, ਹੁਣ ਮੈਨੂੰ ਪਤਾ ਵੀ ਤੁਸੀਂ ਅਗਲੀ ਵਾਰ ਤਾਂ ਨਹੀਂ ਸਾਦੇ ਇਹੋ ਜਿਹੀਆਂ ਗੱਲਾਂ ਸੁਣ ਕੇ ਵੀ ਕਿਉਂਕਿ ਉਹ ਸੌਖਾ ਹੈ ਨਾ ਕੰਮ, ਵੀ ਨਾਲੇ ਵਡਿਆਈ ਹੋ ਜਾਣੀ, ਨਾਲੇ ਮੇਰੇ ਵਰਗੇ ਭਾਈ ਨੇ ਕਹਿ ਦੇਣਾ ਵੀ ਮਹਾਰਾਜ ਬੜਾ ਪ੍ਰੇਮੀ ਪਰਿਵਾਰ ਹੈ ਜੀ, ਬੜੀ ਸੇਵਾ ਕੀਤੀ, ਸੇਵਾ ਕੀ, ਲੰਗਰ ਖਾਧਾ ਆਪੇ ਤੇ ਆਪੇ ਪਕਾ ਕੇ ਆਪੇ ਖਾ ਲਿਆ। ਗੁਰੂ ਦੀ ਸੇਵਾ ਕੀ ਕੀਤੀ? ਗੁਰੂ ਦੇ ਕੋਲ ਬੈਠ ਕੇ ਕੋਈ ਸ਼ਬਦ ਨੂੰ ਸੁਣਿਆ, ਕੋਈ ਬਾਣੀ ਨੂੰ ਸਮਝਿਆ? ਨਹੀਂ। ਅਸੀਂ ਫਿਰ ਵੇਖੋ ਘਰ ਵਿੱਚ ਪਾਠ ਧਰਿਆ, ਅਸੀਂ ਫਿਰ ਲੋਕਾਂ ਨੂੰ ਖੁਸ਼ ਕਰ ਰਹੇ ਹਾਂ ਵੀ ਕੋਈ ਘਰੋਂ ਆਇਆ, ਫਿਰ ਸਾਡੀ ਵੀ ਮੈਂਟੈਲਿਟੀ ਚਲੋ ਥੋੜ੍ਹੀ ਜਿਹੀ ਇੱਦਾਂ ਦੀ ਹੋ ਗਈ ਦੁਨੀਆ ਦੀ। ਅਸੀਂ ਸੋਚਿਆ ਜੇ ਨਾ ਸੇਵਾ ਕੀਤੀ, ਘਰੇ ਜਾ ਕੇ ਕਿਤੇ ਕਹਿ ਨਹੀਂ ਨਾ ਵੀ ਮੈਂ ਮੱਥਾ ਟੇਕਣ ਗਿਆ ਸੀ, ਮੈਨੂੰ ਚਾਹ ਨਹੀਂ ਛਕਾਈ ਕਿਸੇ ਨੇ, ਪ੍ਰਸ਼ਾਦਾ ਨਹੀਂ ਛਕਾਇਆ ਕਿਸੇ ਨੇ। ਇਹ ਫਿਕਰ ਛੱਡ ਦੇਣੀ ਚਾਹੀਦੀ ਹੈ। ਪ੍ਰਸ਼ਾਦਾ ਤਿਆਰ ਹੈ, ਜਿੰਨੇ ਇੱਕ ਵਾਰ ਕਹਿ ਦਿਓ ਜਿੰਨੇ ਛਕਣਾ ਛਕ ਕੇ ਜਾਓ, ਬਸ ਗੱਲ ਨਿਬੜੀ। ਬਹਿ ਕੇ ਪਾਠ ਸੁਣੋ, ਬਹਿ ਕੇ ਗੁਰਬਾਣੀ ਨੂੰ ਸੁਣੋ, ਨੋਟ ਕਰੋ, ਆਪ ਬਾਣੀ ਪੜ੍ਹੋ, ਆਪ ਬਾਣੀ ਨੂੰ ਸਮਝੋ। ਰਹਿਤ ਮਰਿਆਦਾ 'ਚ ਲਿਖਿਆ ਸਿੱਖ ਬਾਣੀ ਦਾ ਪਾਠ ਆਪ ਕਰੇ, ਅਖੰਡ ਪਾਠ ਆਪ ਕਰਨ, ਰਿਸ਼ਤੇਦਾਰ ਮਿਲ ਕੇ। ਤੇ ਜੇ ਨਹੀਂ ਕਰ ਸਕਦੇ ਤੇ ਸਿੱਖਣ। ਤੇ ਅਗਲੀ ਗੱਲ ਆਖੀ ਵੀ ਚਲੋ ਜੇ ਨਹੀਂ ਕੋਈ ਰਿਸ਼ਤੇਦਾਰ ਵੀ ਇਕੱਠੇ ਹੋ ਰਿਹਾ ਅਖੰਡ ਪਾਠ ਸਾਹਿਬ ਕਰਨ ਦੇ ਲਈ, ਤੇ ਚੰਗੇ ਪਾਠੀਆਂ ਨੂੰ ਸੱਦ ਕੇ ਪਾਠ ਸੁਣਿਆ ਜਾਵੇ। ਇਹ ਰਹਿਤ ਮਰਿਆਦਾ 'ਚ ਲਿਖਿਆ ਹੋਇਆ। ਖੈਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਮੈਂ ਲੋਕਾਂ ਦੀਆਂ ਵਡਿਆਈਆਂ ਛੱਡ ਦਿੱਤੀਆਂ, ਹੁਣ ਮੈਂ ਲੋਕਾਂ ਨੂੰ ਖੁਸ਼ ਕਰਨ ਵਾਲੇ ਬੰਨੇ ਨਹੀਂ ਤੁਰਦਾ। ਪਿੰਡਾਂ ਵਿੱਚ ਇੱਕ ਧਾਰਨਾ ਪੜ੍ਹਦੇ ਹੁੰਦੇ ਸੀ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਵੇ। ਅਸੀਂ ਕਲਗੀਆਂ ਵਾਲੇ ਨੂੰ ਰਸਾਉਣ ਨੂੰ ਫਿਰਦੇ ਹਾਂ, ਸੰਸਾਰ ਨਹੀਂ ਰੁੱਸਣਾ ਚਾਹੀਦਾ। ਲੋਕਣ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ।
महाराज कहते भावें कोई चंगा कवे भावें माड़ा कवे, मैं अपने आपे नूं गुरु नूं समर्पित करता है। आप गवाईए तां शह पाईए। आप इनू आप शौ पढ़ जाने आ, शौ नहीं पढ़ना, शह पढ़ना। ਇਹਦਾ रीजन सुन लो की है थोड़ा जिहा। ਜਦੋਂ भी इदां दे शब्द आउंदे ने, असीं कई बार साडे वीर भरा पढ़ते ने अल्लो, उदां बाहरी तौर पर आप कहना होवे ते कहांगे अल्लाह, पर जदों असीं पाठ पढ़ते हाँ तो असीं शब्द का उच्चारण करते हैं अल्लो। अल्लो नहीं है, यह अशुद्ध उच्चारण है, अल्लाह है। हुण तुसीं आखोगे भी उत्थे औंकड़ लगा। अज जदों एक शब्द आप होर बड़ा कॉमन जिहा पढ़ते, सज्जन सच्चा पातशाह सिर शाहां दा, उहनूं आपां पढ़ जाने सज्जन सच्चा पातशाहो सिर शाहां दा शाहो। हुण औंकड़ लगा होया उत्थे, ਇਹਦਾ ਕੀ मीनिंग है, ਇਹਦਾ कोई मतलब है। ਅਸੀਂ क्लास शुरू की, वैसे गुरुद्वारा साहब वो यूट्यूब पर मैं पा रहा, वो तुसीं सुन लिओ जे किसी नूं ज़्यादा जानकारी चाहिए हो इस बारे। जिहड़ा औंकड़ लगा है ना, ਉਹਦਾ मतलब है सिंगुलर। इंग्लिश पढ़ते ना ग्रामर बच्चे, सिंगुलर का मतलब की हुंदा एक वचन। जिहड़ा औंकड़ लगा है ਉਹਦਾ मतलब है एक वचन पुलिंग। औंकड़ का मीनिंग की है, बोल दो एक ना, एक वचन पुलिंग। इस करके शाह सज्जन सच्चा पात, किन्ने ने पातशाह, एक के बहुते। अपने पातशाह किन्ने ने, एक के ज्यादा आ, एको ही आ ना। इस करके पातशाह के थले लगा होया औंकड़ तुहानूं दसेगा भी इको पातशाह की गल जे। अल्लाह के थले लगा होया औंकड़ तुहानूं दसेगा भी एक अल्लाह की गल जे। शाह के थले लगा होया औंकड़ तुहानूं दसेगा एक शाह की गल जे। बहुते शाहां दे मगर ना जाओ। सौखी जी उदाहरण होर देवां, तुसीं मंगलाचरण पढ़ते हो ना, जिन्होंने मूल मंत्र कह देने आप, वो पढ़ो एक ओंकार, अगली पंक्ति अगला की है सतनाम। सतनाम के थले भी औंकड़ लगा, ਉਹਦਾ भी मतलब है एक सिंगुलर, एक वचन पुलिंग। ते जिथे इस्त्री की गल आएगी, जिथे फीमेल की गल आ जाएगी, जिथे इस्त्री लिंग की गल आएगी, उत्थे औंकड़ नहीं लगा। ठीक है जी। सो ये मीनिंग है। असीं जदों बाणी प्रनाउंस करते हैं असीं गलत कर जाते हैं। सज्जन सच्चा पातशाह, अल्लाह, अल्लो नहीं। इदां ही होर बहुत सारे शब्द ने जिन्हां दे थल्ले औंकड़ दा कोई मीनिंग है, कोई मतलब है। एवें नहीं लाए। सिहारी दा कोई मीनिंग है, एवें हुण एक नानक नूं औंकड़ लगी है बाणी विच, एक नानक मुगता है ते एक नानक नूं सिहारी लगी है। ਜਿਹੜਾ ਮੁਕਤਾ है ਉਹਦਾ मतलब है हे नानक। ਜਿਹੜਾ ਮੁਕਤਾ है ਜਿਹਨੂੰ ना औंकड़ लगा ना सिहारी लगी, ਉਹਦਾ मतलब है हे नानक। ਜਿਹੜੇ नानक ਨੂੰ औंकड़ लगा ਉਹਦਾ मतलब नानक ने किया, सिंगुलर की गल है। दूजे पासे ਜਿਹੜੇ नानक ਨੂੰ सिहारी लगी ਉਹਦਾ मतलब है नानक आख रहा है। इस करके मीनिंग है इन्हां चीज़ों का। खैर मैं शब्द की विचार वाले बन्ने आवां। गुरुदेव सतगुरु सच्चे पातशाह ने आख्या जो आवत, पहला आख्या मैं शरण विच आ गया, मैनू भावें रख ला भावें मार दे, मैं अपने आपे नूं तेरे अगे समर्पित कर दिता, हार परे स्वामी के द्वारे। ते अखीरले बंद विच आख्या जो आवत शरण ठाकुर प्रभ तुमरी, जेड़ा तेरी शरण विच आ जांदा है। ये भी बचन तुसीं बाणी विचों पढ़े, तुमरी शरण तुम्हारी आसा। मैं तेरी शरण विच आ, मैनू तेरी आस है, होर किसी की आस नहीं। असीं आसां लाउने आ, कई बार गुट ते धागा बन के, लत्तां नूं धागे पा के, हत्थां 'च नग पा के आसां ते लाई फिरदे आपां। तुहाडे कश्मीर दे विच मैं खिमा चाहुंदा, काले रंग दे नग बहुत लोकां ने पाए होए, पता नहीं किहड़े काले पीर ने दित्ते ने सानूं। ये ਉਹ आसां ते लाइयां सी भी धागा लत्तां नूं बन के ला लईआं। बच्चिआं नूं धागे बधे होए ने, ਉਹ ਪਹਿਲਾਂ तड़ागी बन दिंदे सी ਲੱਕ ਨੂੰ। हिंदू मिथिहास दे विच कहानी है भी तड़ागी बधी होवे ते राखश खांदा नहीं आ। अच्छा तड़ागियां वाले मुड़ के सारे घर नूं खा जांदे ने जवाक, क्योंकि गुरमत नाल ते जुड़े नहीं हुंदे। वो तड़ागी का मीनिंग सिर्फ इन्ना सी भी बच्चे की ग्रोथ का पता लगता रहिंदा, बस भी बच्चे की ग्रोथ का पुराने समियां दे विच एक तरीका सी अंदाजा लाउण दा, ये मीनिंग सी उहदा। हुण असीं काले नग पा ले, आसां ते फिर बणिया ते भी फलाना बाबा भला कर देवेगा, फलाने को चले जाओ, फलाने पीर को चले जाओ। नहीं, सतगुरु महाराज गुरु रामदास सच्चे पातशाह ने बख्शिश करदियां अखीरलियां पंक्तियां विच आख्या जो आवत शरण ठाकुर प्रभ तुमरी, जेड़ा तेरी शरण विच आ जांदा ना,
तुमरी शरण तुम्हारी आसा, तुम ही सज्जन सुहेले। तू ही है जिहदी शरण विच मैं आया, जेड़ा मेरा सज्जन है, सोहना सज्जन है। तुम ही सज्जन सुहेले, राखो राखन हार दयाला, नानक घर के गोले। मैं तेरे घर का गुलाम बन गया। बाबे कबीर ने कहा, कहो कबीर गुलाम घर का, जी आए भावें मार। कबीर साहब कहते ने तेरे घर का गुलाम बन गया, भावें मैनू जवाला ते भावें मार दे, ये तेरी मर्जी है। गुरु रामदास महाराज ने भरोसा जता के आख्या, गुरु जेड़ा तेरी शरण में आउंदा है तू मारदा नहीं, तू रख लेना है, ये तेरा सुभाव है। साडा गुरु वो नहीं जिहड़ा शराप दे देवे, साडा ते भुल्लियां नूं कंठ लाउण वाला है, साडा ते भुल्लियां होयां नूं राह पाउण वाला है। साडा ते गुरु वो है, कोई लख अपराधी होवे मन करके स्वीकार करके तौबा कर जावे तो गुरु माफ़ कर दिंदा। गुरु का एडा वड्डा बिरद है, तुहानू दुनिया में ऐसे सुभाव वाला कोई नहीं मिलेगा। तुमरी शरण तुम्हारी आसा, तुम ही सज्जन सवेले, राखो राखण हार दयाला, नानक करके गोले। ते गुरु रामदास साहब कहते हैं, जो आवत शरण ठाकुर प्रभ तुमरी, जेड़ा तेरी शरण में आ गया, तिस राखो कृपा धार। उन्होंने अपनी कृपा धार के तू रख लिया। तिस राखो कृपा धार, जन नानक शरण तुम्हारी हर जियो। ये नानक भी तेरी शरण में आया। सतगुर आयो शरण तुहारी, मिलै सूख नाम हर शोभा, चिंता लाहे हमारी। गुरु मैं तेरी शरण में आ गया, मेरी चिंता दूर कर दे, पर आया मैं तेरे कोल ही। ये नहीं भी सवेरे तेरे कोल ते शामी होर किसी कोल। सतगुरु महाराज कहते हैं, जो आवत शरण ठाकुर प्रभ तुमरी, तिस राखो कृपा धार। जन नानक शरण तुम्हारी हर जियो, राखो लाज मुरार। हे मुरारी अकाल पुरख वाहिगुरु, मैं भी तेरी शरण में आया है, तो मेरी भी पत रख, मेरी भी इज्जत रख। कई बार दुनियावी तौर पर बंदा किसी की शरण में झुक के अदब नाल चलिया जाए ना, तो ਉਹਦੀ इज्जत बनती नहीं, ਉਹਦੀ इज्जत उतार दी जाती है, ਉਹਦੀ इज्जत ला दी जाती है। पर गुरु वो है जिहदी शरण में जे कोई आवे तो ਉਹਦੀ इज्जत बन जाती है, ਉਹਦੀ इज्जत होर हो जाती है, ਉਹਦਾ सन्मान तो ਉਹਦਾ रुतबा होर वध जाता है, जे वो अपने गुनाहों तो तौबा कर लवे। किन्नियां उदाहरणां तुहानूं सिख इतिहास ते गुर इतिहास विचों मिल जाणगियां, जिथे कोई सिख भुल्लिया गुरु की शरण में गया, ਉਹਦੀ इज्जत वध गई, ਉਹਨੂੰ माण ते सन्मान मिल गया। भाई लहणा गुरु अंगद साहब जिन्होंने आपां कहने आ, गुरु नानक साहब महाराज की शरण में गए, नानक का रूप हो गए। निक्कियां निक्कियां गल्लां ते कई बार ना बंदे का कोई अहुदा रुतबा वड्डा होवे ते वो कोई नीवा काम नहीं कर सकता। जे बंदे दे अंदर हौमे होवे, जिन्हों नीवा काम कहा जाता, सो कॉल्ड शब्द वरतांगा आपां, नीवा नीवा दुनिया ते कोई काम नहीं। सारे काम जिहड़े ने वो चंगे ने, जिहड़ा काम जो कर रहा वो चंगा ही है, नीवा कोई काम नहीं। पर फिर भी एक बंदे ने अपना स्टेटस मेनटेन किया है। मान लो एक बंदा बहुत ऑफिसर रैंक का होवे, बड़े बड़े उच्चे लैवल का होवे, उन्होंने लगेगा भी कोई चीज़ जे थले डिग पई तो वह भी मैं आप ना चुका, मैनू कोई दूजा चुक के फड़ावे, क्योंकि उन्होंने लगता है कि जिहड़ा मेरा रुतबा समाज का बनाया होया है, इनू ठेस पहुँचती है। जिवें श्री चंद नूं लगा कटोरा गंदे पानी में डिग्गा, गुरु नानक साहब महाराज ने कड्ढण नूं आखिया, कहण लगा नहीं, क्योंकि उन्होंने किते लगा भी नहीं मेरा तो आउण वाला गद्दी का मालक तो मैं हाँ, तो जिहड़ा मालक होवे वो नालियां चों कटोरे थोड़ा कढ़दा। उन्होंने इदां महसूस होया। दूजे पासे जदों भाई लहणे नूं गुरु नानक साहब महाराज ने यह गल आखी, तो भाई लहणे ने चिक्कड़ दे विच अपने आप नूं उतार के कटोरा कढ़ लिया। तो गुरु नानक साहब की एक रमज सी भी जिहड़ा एक चिक्कड़ दे विचों कटोरा नहीं कढ़ सकदा, वो कल नूं डुबदी होई लुकाई नूं किवें कढ़ेगा। वेखो चिक्कड़ विचों कटोरा कढ़ण लई भी चिक्कड़ विच वड़ना पैंदा है। अज साडे विच भावें कई तरह के वहम आ जाते हैं। मैं बड़ा हैरान रह जाना जदों इतिहास नूं पढ़दा भी गुरु नानक साहब महाराज ने किन्ना किन्ना थावां उत्ते टिकाणा कीता होवेगा, किन्ना किन्ना घरां दे विचों उन्हां ने प्रशादा छकिया होवेगा।
ਕਿੰਨਾ ਗਰੀਬਾਂ ਕਿੰਨੀ ਗੁਰਬਤ ਵਿੱਚ ਜਿਹੜੇ ਲੋਕ ਰਹਿ ਰਹੇ ਸੀ, ਬਾਬਾ ਨਾਨਕ ਉਹਨਾਂ ਦੇ ਨਾਲ ਵੀ ਜਾ ਕੇ ਚੌਂਕੜਾ ਮਾਰ ਕੇ ਬਹਿ ਗਿਆ। ਅੱਜ ਦਾ ਬਾਬਾ ਜੇ ਕੋਈ ਇਦਾਂ ਦਾ ਹੋਵੇ ਉਹਦੇ ਲਈ ਤਾਂ ਬੜਾ ਟ੍ਰੀਟਮੈਂਟ ਸਪੈਸ਼ਲ ਚਾਹੀਦਾ ਵੀ ਗੁਰੂ ਨਾਨਕ ਉਹਨਾਂ ਦੇ ਨਾਲ ਵੀ ਸਮਾਧੀਆਂ ਲਾ ਕੇ ਬਹਿ ਗਿਆ ਜਿਹੜੇ ਬਹੁਤ ਗੁਰਬਤ ਵਿੱਚ। ਹੁਣ ਕੋਈ ਬੰਦਾ ਡਾਕਟਰ ਹੋਵੇ, ਉਹਨੂੰ ਇਹ ਡਰ ਲੱਗਾ ਰਵੇ ਵੀ ਮੈਂ ਮਰੀਜ਼ ਦਾ ਇਲਾਜ ਨਹੀਂ ਕਰਨਾ, ਇਹਨੂੰ ਤੇ ਆਹ ਰੋਗ ਹੈ। ਉਹ ਡਾਕਟਰ ਕਾਹਦਾ ਹੈ? ਉਹਦੀ ਤੇ ਡਾਕਟਰੀ ਤੇ ਤਰਕਾਰ ਹੈ ਵੀ ਜੇ ਉਹਨੂੰ ਇਹ ਡਰ ਲੱਗ ਰਿਹਾ ਵੀ ਇਹਨੂੰ ਇਹ ਲਿਬੜਿਆ ਹੋਇਆ ਮਰੀਜ਼ ਹੈ, ਇਹਦਾ ਬੁਖਾਰ ਨਹੀਂ ਮੈਂ ਚੈੱਕ ਕਰਨਾ। ਨਹੀਂ, ਡਾਕਟਰ ਦਾ ਧਰਮ ਕੀ ਹੈ? ਉਹਦਾ ਇਲਾਜ ਕਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਉਹ ਡਾਕਟਰ ਨੇ ਜਿਨ੍ਹਾਂ ਨੇ ਇਲਾਜ ਕੀਤਾ। ਉਹਨਾਂ ਇਹ ਨਹੀਂ ਵੇਖਿਆ ਇਹ ਗਰੀਬ ਹੈ ਕਿ ਇਹ ਅਮੀਰ ਹੈ। ਚਿੱਕੜ ਵਿੱਚ ਡੁੱਬ ਰਹੇ ਨੇ ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤਾਂ ਡੂਬੀ ਹਲੇ। ਗੁਰੂ ਨਾਨਕ ਮਹਾਰਾਜ ਨੇ ਸਾਰਿਆਂ ਨੂੰ ਆਪਣੇ ਗਲ ਨਾਲ ਲਾ ਲਿਆ। ਉਹ ਭਾਈ ਲਾਲੋ ਨੂੰ ਵੀ ਗਲ ਨਾਲ ਲਾਉਂਦਾ ਏ, ਮਲਕ ਭਾਗੋ ਨੂੰ ਵੀ ਆਪਣੇ ਗਲ ਨਾਲ ਲਾ ਲੈਂਦਾ ਏ। ਇਹ ਗੁਰੂ ਨਾਨਕ ਦੀ ਵਡਿਆਈ ਹੈ। ਅਰਜ਼ ਕਰ ਰਿਹਾ ਸੀ, ਕਈ ਵਾਰ ਬੰਦੇ ਦਾ ਰੁਤਬਾ ਉਹਦਾ ਵੱਡਾ ਹੋਵੇ ਜਾਂ ਉਹਨੂੰ ਵੱਡੇ ਅਹੁਦੇ ਦੀ ਉਮੀਦ ਹੋਵੇ, ਉਹ ਛੋਟੇ ਕੰਮ ਨਹੀਂ ਕਰਦਾ। ਉਹਨੂੰ ਲੱਗਦਾ ਮੇਰੀ ਇੱਜ਼ਤ ਚਲੇ ਜਾਵੇਗੀ। ਪਰ ਭਾਈ ਲਹਿਣਾ ਨੂੰ ਇੱਜ਼ਤ ਦੇ ਕੇ, ਸਨਮਾਨ ਦੇ ਕੇ, ਗੁਰਤਾਗਰ ਦੀ ਜੋਤ ਤੇ ਜੁਗਤ ਦਾ ਵਾਰਸ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਇਹ ਸਾਬਤ ਕਰ ਦਿੱਤਾ, ਨਹੀਂ, ਗੁਰੂ ਦੇ ਦਰ ਉੱਤੇ ਅਜਿਹੇ ਕਰਮ ਕਰਨ ਵਾਲਿਆਂ ਦੀ ਇੱਜ਼ਤ 4 ਗੁਣੀ ਵੱਧ ਜਾਂਦੀ ਏ, ਘਟਦੀ ਨਹੀਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸ਼ਰਨ ਤੁਮਾਰੀ ਹਰ ਜਿਉ ਰਾਖੋ ਲਾਜ ਮਰਾਰ। ਇਹ ਨਾਨਕ ਵੀ ਤੇਰੀ ਸ਼ਰਨ ਵਿੱਚ ਆਇਆ ਹੈ, ਮੇਰੀ ਪੱਤ ਰੱਖ ਲਾ, ਮੇਰੀ ਇੱਜ਼ਤ ਰੱਖ ਲਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਕਿੱਡਾ ਕਮਾਲ ਦਾ ਬੋਲ ਸਤਿਗੁਰ ਨੇ ਰੱਖਿਆ। ਗੁਰਦੇਵ ਕਹਿੰਦੇ ਨੇ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾ ਬਿਧ ਤੁਮ ਹਰ ਜਾਣੂ ਆਪੇ। ਮੇਰੀ ਕੀ ਬਿਧ ਸੀ ਉਹ ਤੂੰ ਜਾਣਦਾ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾ ਬਿਧ ਤੁਮ ਹਰ ਜਾਣੂ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਅਸੀਂ ਰੁਲ ਰਹੇ ਸੀ, ਕੋਈ ਬਾਤ ਪੁੱਛਣ ਵਾਲਾ ਵੀ ਨਹੀਂ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ, ਗੁਰੂ ਸਤਿਗੁਰੂ ਦੇ ਨਾਲ ਮਿਲ ਕੇ, ਉਹਦੀ ਸੰਗਤ ਕਰਕੇ, ਉਹਦਾ ਸੰਗ ਕਰਕੇ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਸਾਨੂੰ ਕੀੜਿਆਂ ਨੂੰ ਵੀ ਮਾਣ ਮਿਲ ਗਿਆ। ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੈ ਸਭ ਸੋਗ ਸੰਤਾਪੇ। ਸਾਡੀ ਕੋਈ ਬਾਤ ਪੁੱਛਣ ਵਾਲਾ ਨਹੀਂ ਸੀ, ਪਰ ਤੇਰੇ ਨਾਲ ਮਿਲ ਕੇ ਸਾਨੂੰ ਵਡਿਆਈ ਮਿਲ ਗਈ, ਸਾਨੂੰ ਮਾਣ ਪੱਤ ਤੇ ਇੱਜ਼ਤ ਮਿਲ ਗਈ। ਇਹ ਇੱਜ਼ਤ ਗੁਰਦੇਵ ਨੇ ਸਾਨੂੰ ਬਖਸ਼ੀ ਏ। ਬਸ ਕਈ ਵਾਰ ਬੰਦੇ ਨੂੰ ਇੱਜ਼ਤ ਮਿਲ ਜਾਂਦੀ ਏ ਪਰ ਉਹਨੂੰ ਕਾਇਮ ਰੱਖਣੀ ਨਹੀਂ ਆਉਂਦੀ। ਉਹ ਵੀ ਗੱਲ ਖਤਰਨਾਕ ਹੈ। ਕਈ ਵਾਰ ਨਾ ਬੰਦਾ ਬਹੁਤ ਛੇਤੀ ਗਰੋਥ ਕਰ ਲੈਂਦਾ। ਤੁਸੀਂ ਵੇਖਿਓ ਕਿਸੇ ਚੰਗੇ ਅਹੁਦੇ ਤੇ ਪਹੁੰਚ ਜਾਂਦਾ, ਤੇ ਸਿਆਣਿਆਂ ਦਾ ਇੱਕ ਕਥਨ ਹੈ, ਅਹੁਦਿਆਂ ਦੇ ਉੱਤੇ ਪਹੁੰਚਣਾ ਬਹੁਤ ਸੌਖਾ ਹੁੰਦਾ, ਪਰ ਅਹੁਦਿਆਂ ਨੂੰ ਚੰਗੀ ਤਰ੍ਹਾਂ ਸੰਭਾਲਣਾ ਔਖਾ ਹੁੰਦਾ। ਕਿਸੇ ਮੁਕਾਮ ਤੇ ਪਹੁੰਚਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਉਸ ਰੁਤਬੇ ਨੂੰ, ਉਸ ਮੁਕਾਮ ਨੂੰ ਕਾਇਮ ਰੱਖਣਾ ਜਿਹੜਾ ਹੈ ਉਹ ਵੱਡੀ ਗੱਲ ਹੈ। ਸਿੱਖ ਜਿਹੜਾ ਹੈ ਨਾ, ਸਿੱਖ ਨੂੰ ਗੁਰੂ ਨੇ ਏਡਾ ਵੱਡਾ ਮੁਕਾਮ ਤੇ ਰੁਤਬਾ ਦਿੱਤਾ ਹੈ, ਇਹਨੂੰ ਕਾਇਮ ਰੱਖਣਾ ਸਾਡੀ ਜ਼ਿਆਦਾ ਜ਼ਿੰਮੇਵਾਰੀ ਹੈ। ਵੀ ਇੱਥੇ ਮੈਂ ਗੁਰੂ ਨਾਲ ਜੁੜਿਆ ਤੇ ਗੁਰੂ ਦੀ ਵਡਿਆਈ ਮੇਰੇ ਕਰਕੇ ਹੈ। ਕੋਈ ਮੈਂ ਗੁਰੂ ਦੀ ਸ਼ਾਨ ਨੂੰ ਠੇਸ ਪਹੁੰਚਾਵਾਂਗਾ, ਲੋਕ ਕਹਿਣਗੇ ਵੀ ਇਹਦਾ ਗੁਰੂ ਵੀ ਇਦਾਂ ਦਾ ਹੋਵੇਗਾ। ਨਹੀਂ, ਗੁਰੂ ਮੇਰਾ ਪਾਕ ਤੇ ਪਵਿੱਤਰ ਹੈ। ਗੁਰੂ ਨੇ ਤੁਹਾਨੂੰ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਦੇ ਕੇ ਆਖਿਆ ਸੀ, ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ। ਅਸੀਂ ਉਹਨਾਂ ਹਜ਼ਾਰਾਂ ਵਿੱਚ ਆਉਨੇ ਆ। ਇਸ ਕਰਕੇ ਗੁਰੂ ਤੇ ਗੁਰੂ ਦੇ ਪੰਥ ਦੀ ਮਾਨ ਤੇ ਵਡਿਆਈ ਕਾਇਮ ਰੱਖਣੀ ਇੱਕ ਸੱਚੇ ਸਿੱਖ ਦਾ ਕਰਮ ਹੈ। ਗੁਰਦੇਵ ਪੱਤ ਦੇਣ ਵਾਲਾ ਹੈ। ਪੱਤ ਸਾਨੂੰ ਬਹੁਤ ਮਿਲੀ ਵੀ ਹੈ, ਮਿਲ ਵੀ ਰਹੀ ਹੈ। ਬਸ ਇਸ ਪੱਤ ਨੂੰ ਅਸੀਂ ਕਾਇਮ ਰੱਖਣਾ ਹੈ। ਮਾਲਕ ਕਿਰਪਾ ਕਰਨ। ਪਾਵਨ ਬਾਣੀ ਦੀ ਜਿਹੜੀ ਵਿਚਾਰ ਹੈ ਉਹ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਆਸਰਾ ਬਣ ਜਾਵੇ। ਅਸੀਂ ਗੁਰਦੇਵ ਦੇ ਬਚਨਾਂ ਨੂੰ ਸੁਣਦਿਆਂ ਕਮਾਉਂਦਿਆਂ ਤੇ ਸਾਡਾ ਉਧਾਰ ਹੋ ਜਾਵੇ, ਪਰਉਪਕਾਰ ਦੀ ਭਾਵਨਾ ਅੰਦਰ ਪੈਦਾ ਹੋ ਜਾਵੇ। ਗੁਰੂ ਨੂੰ ਆਪਣਾ ਆਪਾ ਸਮਰਪਿਤ ਕਰਕੇ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਲਈਏ, ਅੰਦਰ ਦੇ ਹੰਕਾਰ ਨੂੰ ਮਾਰ ਲਈਏ। ਜਿਵੇਂ ਮੈਂ ਸ਼ੁਰੂ ਵਿੱਚ ਅਰਜ਼ ਕੀਤੀ ਸੀ ਵੀ ਭੇਟਾ ਪਦਾਰਥ ਰੱਖੇ ਉਸ ਉੱਤੇ ਫਿਰ ਮੇਰਾ ਕੋਈ ਹੱਕ ਨਹੀਂ ਰਹਿ ਜਾਂਦਾ।
ਜਦੋਂ ਸਿੱਖ ਗੁਰੂ ਨੂੰ ਕਹਿੰਦਾ ਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਮੈਂ ਆਪਣਾ ਤਨ ਆਪਣਾ ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਜਿਹਨੇ ਮਨ ਵੇਚ ਦਿੱਤਾ, ਜਿਹੜੀ ਚੀਜ਼ ਵੇਚ ਦਿੱਤੀ ਜਾਵੇ ਉਹਦੇ ਉੱਤੇ ਮੁੜ ਕੇ ਅਧਿਕਾਰ ਨਹੀਂ ਰਹਿੰਦਾ। ਤੁਸੀਂ ਘਰ ਵੇਚ ਦਿੱਤਾ ਕਿਸੇ ਨੂੰ, ਹੁਣ ਤੁਸੀਂ ਮੁੜ ਕੇ ਆਖੋ ਇਹ ਮੇਰਾ ਘਰ ਹੈ, ਉਹ ਗੱਲ ਨਹੀਂ ਬਣੇਗੀ। ਇਸ ਕਰਕੇ ਮਹਾਰਾਜ ਕਹਿੰਦੇ ਕਾਰਜ ਰਾਸ ਕਰਨ ਨੇ ਤੇ ਮਨ ਗੁਰੂ ਨੂੰ ਵੇਚਦੇ। ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਸਾਡੇ ਕਾਰਜ ਤਾਂ ਰਾਸ ਹੋਣਗੇ, ਅਸੀਂ ਤਾਂ ਚੜ੍ਹਦੀ ਕਲਾ ਵਿੱਚ ਹੋਵਾਂਗੇ। ਨਹੀਂ ਤੇ ਜੇ ਗੁਰੂ ਨੂੰ ਮਨ ਭੇਟਾ ਨਹੀਂ ਕੀਤਾ, ਅਸੀਂ ਸਮਾਗਮ ਬੇਸ਼ੱਕ ਚੜ੍ਹਦੀ ਕਲਾ ਦੇ ਕਰਾ ਲਈਏ, ਪਰ ਜੇ ਮਨ ਭੇਟਾ ਨਹੀਂ ਕਰ ਰਿਹਾ, ਆਪਣਾ ਆਪਾ ਸਮਰਪਿਤ ਨਹੀਂ ਕਰ ਰਿਹਾ, ਫਿਰ ਕਦੀ ਵੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਚੜ੍ਹਦੀ ਕਲਾ ਦਾ ਅਰਥ ਕੇਵਲ ਖੁਸ਼ੀ ਵੇਲੇ ਹੀ ਨਹੀਂ ਹੁੰਦਾ। ਭਾਵੇਂ ਤੁਸੀਂ ਕਿਸੇ ਵੀ ਅਵਸਥਾ ਵਿੱਚ ਹੋ, ਚਾਹੇ ਦੁੱਖ ਵਿੱਚ ਹੋਵੋ, ਉੱਥੇ ਵੀ ਸਿੱਖ ਦੀ ਸੁਰਤ ਚੜ੍ਹਦੀ ਕਲਾ ਵਿੱਚ ਰਹਿੰਦੀ ਏ। ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਕਿਰਪਾ ਕਰਨ ਮਾਲਕ। ਧੰਨਵਾਦ ਸਾਰਿਆਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਵੀਰ ਜੀ ਹੋਣਾ ਦਾ ਧੰਨਵਾਦ, ਜਿਨ੍ਹਾਂ ਦੇ ਸੰਪਰਕ ਸਦਕਾ ਅੱਜ ਆਪ ਸੰਗਤ ਦੇ ਦਰਸ਼ਨ ਦਿਦਾਰੇ ਕੀਤੇ ਨੇ। ਫਤਿਹ ਪ੍ਰਵਾਨੋਂ ਭੁੱਲਾਂ ਚੁੱਕਾਂ ਮੇਰੀਆਂ, ਗੱਲ ਚੰਗੀ ਗੁਰਦੇਵ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।